ਲਫ਼ਜ਼ ਤਾਂ ਇਹੋ ਜਿਹੀ ਚੀਜ਼ ਨੇ ਜਿਨ੍ਹਾਂ ਦੇ ਨਾਲ ਬੰਦਾ ਜਾਂ ਤਾਂ ਦਿਲ ਵਿੱਚ ਉਤਰ ਜਾਂਦਾ ਹੈ ਤੇ ਜਾਂ ਫਿਰ ਦਿਲੋਂ ਹੀ ਉਤਰ ਜਾਂਦਾ ਹੈ। ਇੰਨੀ ਤਾਕਤ ਹੁੰਦੀ ਹੈ ਲਫ਼ਜ਼ਾਂ ਦੀ। ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਜੀ ਵरुण कौर मान। लफ्ज़ां की गल चली है तो चलो अज लेखनी वाल वध जाने आ। इसे विषय के उत्ते गलबात करते हैं, कुछ कवितावां भी सुनांगे ते साडे स्टूडियो दे विच पहुंचे ने जसविंदर सिंह चाहल जो कि लेखक ने, अध्यापक ने, देशां विदेशां तक इन्हां दीयां रचनावां छपियां ने और इसे ही लेखनी के सिलसिले दे विच इन्हां दे विदेशां च बहुत टूर लगे ने ते नाल दे नाल मंच संचालन भी करते रहे ने। बहुत बहुत स्वागत जी आयां नूं। सत श्री अकाल जी वरुण जी। सब तो पहला दूरदर्शन की पूरी टीम नूं मेरे वालों प्यार भरी सत श्री अकाल और तुहाडा सारियां दा बहुत बहुत धन्यवाद कि तुसीं इन्ना मान बख्शिया। मेरा नाम जसविंदर सिंह चाहल और मैं एक अध्यापक भी हाँ, मैं लेखक भी हाँ ते मंच संचालन का शौक भी मैं रखदा। मेरा पिंड कोट लल्लू है, जिला मानसा दे विच जी ते अज तुहाडे सद्दे ते निघे सद्दे ते इत्थे पहुंचे और तुसीं इन्ना मान दिता है। बहुत बहुत धन्यवाद, बहुत बहुत शुक्रिया जी। चलो थोड़ी जान पहचान बहुत वधिया तरीके नाल हुई और बड़ी एनर्जेटिक हुई। अध्यापक वाली फीलिंग जिहड़ी है ना जी 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 वो पूरी पूरी आई। ते तुसीं लिखिया आ, मैं पढ़ रही सी तुहाडे बारे च ना किहड़ियां विधां च तुसीं लिखिया, क्योंकि अज आपां लेखनी बारे गलबात करनी है, वो साडे जीवन ते किद्दां असर पाउंदी है की लेखनी दा बहुत सारे सवाल ने, पर तुसीं की लिखिया? मेरी जिहड़ी लेखनी है जी उहदे विच मैं कवितावां लिखियां ने जी ते ਜਿਹੜੀਆਂ ਛੋਟੀਆਂ ਕਹਾਣੀਆਂ ਲਿਖੀਆਂ ਨੇ ਤੇ ਆਰਟੀਕਲ ਲਿਖੇ ਨੇ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ। ਉਹ ਮਤਲਬ ਆਪਣੇ ਸਮਾਜਿਕ ਕੋਈ ਵੀ ਵਿਸ਼ਾ ਹੋ ਜਾਂਦਾ ਉਹਦੇ ਨਾਲ ਸੰਬੰਧਿਤ ਮੇਰੇ ਜਿਹੜੇ ਆਰਟੀਕਲ ਨੇ, ਕਵਿਤਾਵਾਂ ਨੇ ਤੇ ਮਿੰਨੀ ਕਹਾਣੀਆਂ ਜਿਹਨੂੰ ਤੁਸੀਂ ਕਹਿੰਦੇ ਉਹ ਮੇਰੀਆਂ ਵੱਖ-ਵੱਖ ਅਖਬਾਰਾਂ ਦੇ ਵਿੱਚ ਛਪੀਆਂ, ਰਸਾਲਿਆਂ ਦੇ ਵਿੱਚ ਛਪੀਆਂ ਨੇ। ਤਾਂ ਉਹ ਮੈਂ ਉਹਨਾਂ ਦੇ ਉੱਤੇ ਇਸ ਵਿਧਾ ਦੇ ਵਿੱਚ ਮੈਂ ਆਪਣਾ ਕੰਮ ਕੀਤਾ ਜੀ। ਤੁਸੀਂ ਅਧਿਆਪਕ ਕਿਹੜੀ ਫੀਲਡ ਦੇ ਆ ਔਰ ਜਿਹੜਾ ਲਿਖਣਾ ਆ ਇਹਦਾ ਸ਼ੌਕ ਕਿੱਦਾਂ ਹੋਇਆ? मैं अध्यापन किते नाल जुड़न करके, क्योंकि जो तुसी अध्यापक होने हो तो ਉਹਦੇ ਵਿੱਚ ਕੀ ਹੈ ਕਿ ਤੁਸੀਂ ਉਸ ਲੇਖਣੀ ਦੇ ਨਾਲ ਬਹੁਤ ਜ਼ਿਆਦਾ ਜੁੜ ਜਾਂਦੇ ਹੋ, ਕਿਉਂਕਿ ਪੜ੍ਹਨਾ ਤੇ ਲਿਖਣਾ ਦੋ ਕੰਮਾਂ ਨੂੰ ਸਮਰਪਿਤ ਹੋ ਜਾਂਦੇ ਹੋ ਤੇ ਉਹਦੇ ਵਿੱਚੋਂ ਤੁਹਾਨੂੰ ਮਤਲਬ ਛੋਟੀਆਂ-ਛੋਟੀਆਂ ਗੱਲਾਂ ਉਸ ਤਰ੍ਹਾਂ ਦੀਆਂ ਮਿਲਦੀਆਂ ਨੇ ਕਿ ਤੁਸੀਂ ਮਤਲਬ ਉਹਦੇ ਚੋਂ ਕੁਛ ਨਾ ਕੁਛ ਕੱਢਦੇ ਰਹਿੰਦੇ ਹੋ। ਤਾਂ ਮੈਨੂੰ ਵੀ ਲੇਖਣੀ ਦਾ ਜਿਹੜਾ ਹੈਗਾ ਸ਼ੌਂਕ ਸ਼ੁਰੂ ਤੋਂ ਮਤਲਬ ਇਹ ਕਹਿ ਲਓ ਵੀ ਜਦੋਂ ਤੋਂ ਮੈਂ +2 ਕਰਨ ਤੋਂ ਬਾਅਦ ਜਦੋਂ ਮੈਂ ਅੱਗੇ ਮੈਨੂੰ ਅਖਬਾਰ ਪੜ੍ਹਨ ਦਾ ਬੜਾ ਸ਼ੌਕ ਸੀ। ਖਾਸ ਤੌਰ ਤੇ ਮੈਂ ਪੰਜਾਬੀ ਟ੍ਰਿਬਿਊਨ ਸਾਡੇ ਘਰ ਆਉਂਦਾ ਸੀ ਤਾਂ ਪੰਜਾਬੀ ਟ੍ਰਿਬਿਊਨ ਅਖਬਾਰ ਪੜ੍ਹਦਾ ਸੀ। ਉਹਦੇ ਵਿੱਚ ਇੱਕ ਫੋਟੋ ਕੈਪਸ਼ਨ ਮੁਕਾਬਲਾ ਹੁੰਦਾ ਹੈ, ਐਤਵਾਰ ਨੂੰ ਛਪਦਾ। ਤਾਂ ਉਹਦੇ 'ਚ ਇੱਕ ਪਿਕਚਰ ਉਹ ਦਿੰਦੇ ਹੈ ਤੇ ਉਹਦੇ ਤੇ ਤੁਸੀਂ ਇੱਕ ਕਾਵ ਸਤਰਾਂ ਜਿਹੜੀਆਂ ਨੇ ਉਹ 4 ਕੋਈ ਲੇਖਣੀਆਂ ਹੁੰਦੀਆਂ ਸੀ। ਤਾਂ ਉਹ ਜਦੋਂ ਮੈਂ ਇੱਕ ਵਾਰ ਦੇਖਿਆ ਤੇ ਮੈਨੂੰ ਇਹ ਲੱਗਿਆ ਕਿ ਮੈਂ ਇਹਦੇ ਤੇ ਮਤਲਬ ਲਿਖਾਂ। ਤਾਂ ਜੋ ਮੈਂ ਉਹਦੇ ਤੇ ਉੱਪਰ ਲਿਖਿਆ ਤਾਂ ਮੇਰਾ ਉਹ ਪ੍ਰਸ਼ੰਸਾ ਦੇ ਵਿੱਚ ਆ ਗਿਆ। ਉਹ 'ਚ ਪਹਿਲਾ, ਦੂਜਾ, ਤੀਜਾ ਉਹ ਇਨਾਮ ਕੱਢਦੇ ਸੀ ਤੇ ਕੁਛ ਜਿਹੜੇ ਨਾਮ ਨੇ ਉਹ ਪ੍ਰਸ਼ੰਸਾ ਦੇ ਵਿੱਚ ਲੈਂਦੇ ਸੀ। ਤਾਂ ਜਦੋਂ ਉਹ ਮੇਰਾ ਪ੍ਰਸ਼ੰਸਾ ਦੇ ਵਿੱਚ ਆਇਆ ਤਾਂ ਮੈਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ ਵੀ ਲਿਖਿਆ ਜਾ ਸਕਦਾ। ਫਿਰ ਮੈਂ ਉਹਦੇ ਉੱਪਰ ਫਿਰ ਉਹ ਇੱਕ ਫੋਟੋ ਛਪੀ ਸੀ ਨਾ, ਉਹ ਕੋਈ ਮਤਲਬ ਬਿਜਲੀ ਵਾਲੇ ਖੰਭੇ ਕੋਲ ਬਿਜਲੀ ਵਾਲੇ ਭਾਈ ਇੱਕ ਸਕੂਲ ਵਾਲੀ ਵੈਨ ਖੜੀ ਕਰਕੇ ਉਹ ਮਤਲਬ ਉਹ 'ਤੇ ਜੋੜ ਕੱਸ ਰਹੇ ਸੀਗੇ, ਤਾਰਾਂ ਕੱਸ ਰਹੇ ਸੀ। ਤਾਂ ਉਹਦੇ 'ਤੇ ਮੈਂ ਲਿਖਿਆ ਸੀਗਾ ਕਿ ਲੋੜ ਕਾਢ ਦੀ ਮਾਂ ਹੁੰਦੀ, ਸਾਬਤ ਕਰਦੇ ਜੁਗਤੀ ਬੰਦੇ, ਪੌੜੀ ਹੇਠ ਲਾਰੀ ਖੜਾ ਕੇ ਨੀਵੇਂ ਕਰ ਲੈਂਦੇ ਨੇ ਖੰਭੇ। ਤੇ ਉਹ ਫਸਟ ਆਇਆ ਸੀ ਜੀ ਮੇਰਾ। ਫਿਰ ਚੱਲ ਸੋ ਚੱਲ ਫਿਰ ਬੜੇ ਮਤਲਬ ਮੈਨੂੰ ਇਨਾਮ ਉਹਦੇ ਵਿੱਚ ਮਿਲੇ। ਮੈਂ ਘੱਟੋ ਘੱਟ 23 ਜਿਹੜੇ ਹੈਗੇ ਆ ਫਸਟ ਪ੍ਰਾਈਜ਼ ਉਹਦੇ ਵਿੱਚ ਜਿੱਤੇ, 18 ਸੈਕਿੰਡ ਜਿੱਤੇ, 15 ਲਗਭਗ ਥਰਡ। ਤੇ ਫਿਰ ਮੈਨੂੰ ਕੈਪਸ਼ਨਾਂ ਵਾਲਾ ਚਹਿਲ ਉਦੋਂ ਕਹਿਣ ਲੱਗੇ ਸੀ। ਫਿਰ ਉਦੋਂ ਮੈਂ ਜਿਹੜਾ ਹੈਗਾ ਮੇਰਾ ਲਿਖਣ ਦਾ ਸਿਲਸਿਲਾ ਜਿਹੜਾ ਉੱਥੋਂ ਸ਼ੁਰੂ ਹੋਇਆ ਜੀ। ਸ਼ਬਦਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਹਰ ਕਿਸੇ ਨੂੰ ਇਦਾਂ ਲੱਗਦਾ ਹੈ ਕਿ ਇਹ ਮਹੱਤਤਾ ਹੈ। ਜਿਵੇਂ ਮੈਂ ਕਹਿਣਾ ਕਿ ਲਫ਼ਜ਼ ਤਾਂ ਇਦਾਂ ਦੀ ਚੀਜ਼ ਆ ਜਾਂ ਬੰਦਾ ਦਿਲ 'ਚ ਉਤਰ ਜਾਂਦਾ ਜਾਂ ਦਿਲੋਂ ਹੀ ਉਤਰ ਜਾਂਦਾ। ਜੀ 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 ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੀ ਕੁ ਅਹਿਮੀਅਤ ਰੱਖਦੇ ਨੇ ਸ਼ਬਦ ਸਾਡੀ ਜ਼ਿੰਦਗੀ ਦੇ ਵਿੱਚ? ਲਫ਼ਜ਼ਾਂ ਦੀ ਅਹਿਮੀਅਤ ਨੂੰ ਤਾਂ ਅਸੀਂ ਕਿਸੇ ਵੀ ਪੱਖ ਤੋਂ ਘੱਟ ਨਹੀਂ ਦੇਖ ਸਕਦੇ ਜੀ। ਮਤਲਬ ਕਿਸੇ ਵੀ ਪੱਖ ਤੋਂ ਆਪਾਂ ਉਹਨੂੰ ਘੱਟ ਕਰਕੇ ਨਹੀਂ ਦੇ ਸਕਦੇ, ਕਿਉਂਕਿ ਜੇ ਸ਼ੁਰੂ ਤੋਂ ਚੱਲੀਏ ਜੇ ਸਾਡੇ ਬਾਬੇ ਨੇ ਬਾਣੀ ਜਿਹੜੀ ਉਚਰਤੀ ਉਹ ਲਫ਼ਜ਼ਾਂ ਦਾ ਅਸੀਂ ਅੱਜ ਤੱਕ ਮਤਲਬ ਉਹਨਾਂ ਤੋਂ ਸੇਧ ਲੈ ਰਹੇ ਹਾਂ। ਸਭ ਤੋਂ ਮਤਲਬ ਪਹਿਲੀ ਤਾਂ ਬਾਬਾ ਨਾਨਕ ਜੀ ਨੂੰ ਜਿਹੜੀ ਹੈਗੀ ਆਪਣਾ ਸਿਰ ਜਿਹੜਾ ਝੁਕਦਾ ਤੇ ਭਾਈ ਗੁਰਦਾਸ ਨੇ ਕਲਮ ਚੱਕੀ ਹੈ ਨਾ। ਅੱਜ ਆਪਣੇ ਕੋਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਕੋਲੇ ਐਂ ਕਹਿ ਲਓ ਵੀ ਰੱਬੀ ਜੋਤ ਜਿਹੜੀ ਹੈਗੀ ਆਪਣੇ ਸਾਹਮਣੇ। ਇਸੇ ਕਰਕੇ ਦਸ਼ਮੇਸ਼ ਪਿਤਾ ਨੇ ਕਲਮ ਚੱਕੀ ਹੈ ਨਾ 52 ਕਵੀਆਂ ਦੇ ਨਾਲ, ਤੇ ਉਹਨਾਂ ਨੇ ਮਤਲਬ ਇੱਕ ਲਿਖਾਰੀ ਨੂੰ ਕਿੰਨਾ ਉੱਚਾ ਮਤਲਬ ਦਰਜਾ ਦੇ ਦਿੱਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੰਗਾਂ ਜਿਹੜੀਆਂ ਲੜੀਆਂ ਭਾਵੇਂ ਹਥਿਆਰਾਂ ਨਾਲ ਜਾਂਦੀਆਂ ਪਰ ਜਿੱਤੀਆਂ ਹਮੇਸ਼ਾ ਜ਼ਫਰਨਾਮਿਆਂ ਨਾਲ ਹੀ ਜਾਂਦੀਆਂ ਨੇ ਜੀ। ਕੀ ਬਾਤ ਹੈ, ਬਹੁਤ ਖੂਬ।
ਜ਼ਿੰਦਗੀ ਦੇ ਨਾ ਅਹਿਮ ਪੜਾਅ ਆਉਂਦੇ ਨੇ ਕੁਝ, ਜੀ ਜਿਹੜੇ ਆਪਾਂ ਬਚਪਨ, ਜੀ। ਜਵਾਨੀ ਤੇ ਬੁਢਾਪਾ, ਜੀ। ਆਪਾਂ ਤਿੰਨ ਚ ਇਹਨਾਂ ਨੂੰ ਵੰਡ ਦੇਈਦਾ। ਜੀ ਜੀ ਤੇ ਬਚਪਨ ਦੇ ਉੱਤੇ ਲੇਖਣੀ ਕੀ ਅਸਰ ਕਰਦੀ ਆ? ਕਿਉਂਕਿ ਜਦੋਂ ਅਸੀਂ ਨਿੱਕੇ ਹੁੰਨੇ ਆ, ਦਾਦੀ ਦੀ ਕਹਾਣੀ ਜੀ ਉਹ ਇੱਕ ਤਰੀਕੇ ਦੀ ਲੇਖਣੀ ਹੁੰਦੀ ਨਿਆਣੇ ਬਿਲ- ਲਈ, ਤਾਂ ਕਿਸੇ ਬਿਲਕੁਲ, ਨੇ ਤਾਂ ਲਿਖੀ ਬਿਲ- ਸੀਗੀ, ਬਿਲਕੁਲ, ਬੜਾ ਬਿਲਕੁਲ। ਚਾਅ ਹੁੰਦਾ ਕਿ ਰਾਤ ਨੂੰ ਸੁਣਨੀ ਬਿਲਕੁਲ, ਜਾਂ ਬਿਲਕੁਲ। ਫਿਰ ਉਹ ਕਵਿਤਾਵਾਂ ਜਿਹੜੀਆਂ ਮਾਸਟਰ ਇਦਾਂ ਕਰ ਬਿਲਕੁਲ, ਕਰਕੇ ਸਿਖਾਉਂਦੇ ਨੇ ਨਾ, ਬਿਲਕੁਲ, ਉੱਤੇ ਬਿਲਕੁਲ। ਪੱਖਾ ਚੱਲਦਾ ਆ, ਬਿਲਕੁਲ, ਬਿਲਕੁਲ, ਕੋਈ ਵੀ ਬਿਲਕੁਲ। ਕਵਿਤਾ ਆ। ਬਿਲਕੁਲ, ਬਿਲਕੁਲ। ਸੋ ਤੁਸੀਂ ਕੋਈ ਕਵਿਤਾ ਲਿਖੀ ਹੈ ਜਾਂ ਤੁਹਾਨੂੰ ਕੀ ਲੱਗਦਾ ਕਿ ਬਚਪਨ ਤੇ ਲੇਖਣੀ? ਬਿਲਕੁਲ, ਤੁਹਾਡਾ ਬਹੁਤ ਵਧੀਆ ਸਵਾਲ ਹੈ ਇਹ। ਬਚਪਨ ਤੋਂ ਹੀ ਅਸਲ ਦੇ ਵਿੱਚ ਜਿਹੜੀ ਹੁਣ ਅਸੀਂ ਇਹ ਕਹਿ ਰਹੇ ਹਾਂ ਕਿ ਥੋੜੇ ਜਿਹੜੇ ਸਾਡੇ ਅੱਜ ਦੀ ਪੀੜ੍ਹੀ ਆ, ਜੀ। ਉਹ ਪੜ੍ਹਨ ਤੋਂ ਕੁਝ ਜਾਂ ਪੜ੍ਹਨ ਜਾਂ ਲੇਖਣੀ ਤੋਂ ਕੁਝ ਮਤਲਬ ਦੂਰ ਹੁੰਦੀ ਜਾ ਰਹੀ ਹੈ। ਸਾਡਾ ਇਹ ਸਵਾਲ ਆ, ਜੀ। ਉਹਦੀ ਵਜ੍ਹਾ ਇਹੀ ਹੈ ਕਿਉਂਕਿ ਜਿਹੜੇ ਅਸੀਂ ਆ, ਅਸੀਂ ਜਿਹੜੇ ਹੈਗੇ, ਅਸੀਂ ਆਪਣੀਆਂ ਦਾਦੀਆਂ ਤੋਂ, ਨਾਨੀਆਂ ਤੋਂ ਕਹਾਣੀਆਂ ਸੁਣੀਆਂ ਹੋਈਆਂ ਜੀ। ਨੇ, ਬਾਤਾਂ ਦੇ ਜਵਾਬ ਹੈ ਜਿਹੜੇ ਅਸੀਂ ਸਵਾਤਾਂ ਦੇ ਵਿੱਚ ਪੈ ਕੇ ਉਹਨਾਂ ਤੋਂ ਬਾਤਾਂ ਸੁਣੀਆਂ ਹੋਈਆਂ ਨੇ। ਤੇ ਬਿਲਕੁਲ। ਅੱਜ ਜਿਹੜੀ ਹੈਗੀ ਹੈ ਨਾ, ਜਿਵੇਂ ਉਹ ਮੈਂ ਇੱਕ ਟੱਪੇ ਲਿਖ ਰਿਹਾ ਸੀ ਕਿ ਲੰਮੀਆਂ ਕਾਲੀਆਂ ਰਾਤਾਂ ਨੂੰ ਕੇਵਲ ਦੀ ਫਿਲਮ ਖਾ ਗਈ ਉਹ ਦਾਦੀ ਮਾਂ ਦੀਆਂ ਬਾਤਾਂ ਨੂੰ। ਸੋ ਉਹ ਬਾਤਾਂ ਨੇ ਜਿਹੜੀਆਂ ਅੱਜ ਸਾਥੋਂ ਮਤਲਬ ਐ ਕਹਿ ਲਓ ਵੀ ਖੋਹ ਲਈਆਂ ਗਈਆਂ ਨੇ। ਇਸੇ ਕਰਕੇ ਉਹਦੇ ਰਿਜ਼ਲਟ ਹੈ ਜਿਹੜੇ ਉਹ ਪੋਜ਼ਿਟਿਵ ਨਹੀਂ ਆ ਰਹੇ। ਤੇ ਜੇ ਮਾਂ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਦਾਦੇ ਦੀਆਂ ਬਾਤਾਂ ਸੁਣਾਈਆਂ ਸੀ, ਤਾਂ ਹੀ ਆਪਾਂ ਕਹਿੰਦੇ ਆ ਵੀ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, ਉਹ ਏਡੀ ਵੱਡੀ ਇਬਾਰਤ ਲਿਖ ਕੇ ਗਏ ਨੇ ਸਾਡੇ ਬਾਬੇ। ਤਾਂ ਉਹ ਜੇ ਅਸੀਂ ਉਹਨਾਂ ਦਾ ਅਸਰ ਦੇਖੀਏ ਤਾਂ ਬਚਪਨ ਦੇ ਉੱਪਰ ਉਹਨਾਂ ਦਾ ਅਸਰ ਬਹੁਤ ਗਹਿਰਾ ਤੇ ਬੜਾ ਡੂੰਘਾ ਪੈਂਦਾ। ਹਾਂ, ਉਹ ਚੀਜ਼ਾਂ ਹੁੰਦੀਆਂ। ਬਚਪਨ ਵੈਸੇ ਵੀ ਮਤਲਬ ਇੱਕ ਬੜਾ ਨਾ, ਬਚਪਨ ਦੇ ਵਿੱਚ ਜਿਹੜੀਆਂ ਮਤਲਬ ਗੱਲਾਂ ਬਾਤਾਂ ਹੁੰਦੀਆਂ, ਮੈਂ ਆਪਣੀ ਕਲਮ ਦੇ ਵਿੱਚ ਬਚਪਨ ਨੂੰ ਢਾਲਿਆ ਸੀ। ਮੈਂ ਜਿਹੜਾ ਬਚਪਨ ਮੈਂ ਜੀਆ, ਜਿਹੜਾ ਹੰਢਾਇਆ ਮੈਂ ਬਚਪਨ, ਤੇ ਚੇਤੇ ਆਉਂਦੀਆਂ ਜਦੋਂ ਕਦੇ ਬਚਪਨ ਵਾਲੀਆਂ ਗੱਲਾਂ ਨੇ, ਆਪ ਮਹਾਰੇ ਨੈਣਾਂ ਦੇ ਵਿੱਚ ਵਹਿੰਦੀਆਂ ਛੱਲਾਂ ਨੇ, ਦਾਈਆਂ ਦੁੱਕੜੇ ਖੇਡਣ ਲਈ ਜਦ ਵੱਜਦੀ ਹਾਕ ਸੀ, ਜੱਸੀ ਵੀਰੀ ਧੀਰਾ ਮਾਣਾ ਇਕੱਠੇ ਸਾਰੇ ਜਵਾਕ ਸੀ। ਤੇਰੀ ਮਿੱਤੀ ਮੇਰੀ ਮਿੱਤੀ ਕਾਮਾ ਰੌਲੀ ਪਾਉਂਦੇ ਸੀ, ਜਿਹੜਾ ਰੌਂਦੀ ਪਿੱਟੂ ਵੀ ਉਹਨੂੰ ਨਹੀਂ ਖੜਾਉਂਦੇ ਸੀ। ਚੱਪਲਾਂ ਜੁੱਤੀਆਂ ਇਕੱਠੀਆਂ ਕਰਕੇ ਖੇਡਦੇ ਬਾਂਦਰ ਕਿੱਲਾ ਸੀ। ਚੱਪਲਾਂ ਜੁੱਤੀਆਂ ਇਕੱਠੀਆਂ ਕਰਕੇ ਖੇਡਦੇ ਬਾਂਦਰ ਕਿੱਲਾ ਸੀ, ਜਿਹੜਾ ਖੇਡ 'ਚ ਵੱਧ ਜਾਂਦਾ ਉਹੀ ਸਾਂਝਾ ਵਿਲਾ ਸੀ। ਖੱਦੋ ਦਾ ਮਾਰ ਨਿਸ਼ਾਨਾ ਕੋਈ ਪਿੱਠੂ ਢਾ ਜਾਂਦਾ, ਖੱਦੋ ਦਾ ਮਾਰ ਨਿਸ਼ਾਨਾ ਕੋਈ ਪਿੱਠੂ ਢਾ ਜਾਂਦਾ, ਬੱਗ ਮਾਰ ਕੇ ਗੁੱਲੀ ਕੋਈ ਅਸਮਾਨ ਚੜਾ ਜਾਂਦਾ। ਕੋਈ ਰਹਿੰਦਾ ਮੇਤੀ ਤੇ ਕੋਈ ਰਹਿੰਦਾ ਫਾਡੀ ਸੀ, ਕੋਈ ਰਹਿ ਜਾਂਦਾ ਮੇਤੀ ਤੇ ਕੋਈ ਰਹਿੰਦਾ ਫਾਡੀ ਸੀ, ਪਿੱਲੇ ਟਕੇ ਵਾਲੀ ਖੇਡ ਜਦੋਂ ਚੱਲਦੀ ਸਾਡੀ ਸੀ। ਦੁਪਹਿਰ ਵੇਲੇ ਫਿਰ ਸੂਏ 'ਚ ਲੱਗਦੀਆਂ ਪੁੱਠੀਆਂ ਛਾਲਾਂ ਸੀ, ਦੁਪਹਿਰ ਵੇਲੇ ਫਿਰ ਸੂਏ 'ਚ ਲੱਗਦੀਆਂ ਪੁੱਠੀਆਂ ਛਾਲਾਂ ਸੀ, ਉੱਥੇ ਬਾਪੂ ਕੁੱਟਦਾ ਘਰੇ ਬੇਬੇ ਦੀਆਂ ਗਾਲਾਂ ਸੀ। ਟੋਬੇ ਉੱਤੇ ਜਾਂਦੇ ਸੀ ਲੈ ਕੇ ਮੱਝਾਂ ਕੱਟਰੀਆਂ, ਟੋਬੇ ਉੱਤੇ ਜਾਂਦੇ ਸੀ ਲੈ ਕੇ ਮੱਝਾਂ ਕੱਟਰੀਆਂ, ਠੀਕਰੀਆਂ ਨੂੰ ਭੰਨ ਚੱਲਦੀਆਂ ਸੀ ਗੱਤਰੀਆਂ। ਬਾਪੂ ਦੀ ਉਂਗਲੀ ਫੜ ਕੇ ਅਸੀਂ ਮੇਲੇ ਜਾਂਦੇ ਸੀ। ਸਹੀ ਗੱਲ। ਬਾਪੂ ਦੀ ਉਂਗਲੀ ਫੜ ਕੇ ਅਸੀਂ ਮੇਲੇ ਜਾਂਦੇ ਸੀ, ਲੱਕੜ ਦਾ ਇੱਕ ਟਰੈਕਟਰ ਲੈਣ ਲਈ ਕਿੰਨੇ ਤਰਲੇ ਪਾਉਂਦੇ ਸੀ। ਸਹੀ ਗੱਲ। ਤਰਲੇ ਮਿੰਤਾਂ ਸੁਣ ਕੇ ਟਰੈਕਟਰ ਲੈਤਾ ਅਖੀਰ ਸੀ, ਤਰਲੇ ਮਿੰਤਾਂ ਸੁਣ ਕੇ ਟਰੈਕਟਰ ਲੈਤਾ ਅਖੀਰ ਸੀ, ਸਾਡੇ ਲਈ ਤਾਂ ਉਸ ਵੇਲੇ ਇਹ ਵੱਡੀ ਜਗੀਰ ਸੀ। ਕੀ ਬਾਤ ਹੈ। ਅਜੇ ਮਿਠਾਸ ਨਹੀਂ ਭੁੱਲਦੀ ਉਹ ਵੇਰ ਗੜਾਉਂਦੇ ਸੀ, ਅਜੇ ਮਿਠਾਸ ਨਹੀਂ ਭੁੱਲਦੀ ਉਹ ਵੇਰ ਗੜਾਉਂਦੇ ਸੀ, ਮਾਰ ਕੇ ਰੋੜੇ ਜਿਨ੍ਹਾਂ ਨੂੰ ਟੀਸੀ ਤੋਂ ਲਾਉਂਦੇ ਸੀ, ਮਾਰ ਕੇ ਛਾਲਾਂ ਟੱਪਦੇ ਬੱਟਾਂ ਬੰਨੇ ਸੀ, ਚੋਰੀਆਂ ਪਟ ਕੇ ਚੂਪਦੇ ਖੇਤਾਂ ਚੋਂ ਗੰਨੇ ਸੀ। ਹੁਣ ਕਿਧਰੇ ਨਹੀਂ ਲੱਭਦੀ ਉਹ ਤਾਂ ਮੌਜ ਰੂਹਾਨੀ ਸੀ। ਬਿਲਕੁਲ। ਹੁਣ ਕਿਧਰੇ ਨਹੀਂ ਲੱਭਦੀ ਉਹ ਤਾਂ ਮੌਜ ਰੂਹਾਨੀ ਸੀ, ਬਚਪਨ ਉੱਤੇ ਕਬਜ਼ਾ ਕਰਕੇ ਬਹਿ ਗਈ ਜਵਾਨੀ ਸੀ। ਚਹਿਲਾ ਨਾ ਰਿਹਾ ਨਿਆਣਾ ਤੂੰ ਹੋ ਗਿਆ ਵਡੇਰਾ ਵੇ, ਚਹਿਲਾ ਨਾ ਰਿਹਾ ਨਿਆਣਾ ਤੂੰ ਹੋ ਗਿਆ ਵਡੇਰਾ ਵੇ, ਹੁਣ ਕਿਉਂ ਨਹੀਂ ਮਾਂ ਕਹਿੰਦੀ ਜੱਸੀ ਘਰੇ ਆ ਜਾ ਹੋ ਗਿਆ ਹਨੇਰਾ ਵੇ, ਜੱਸੀ ਘਰੇ ਆ ਜਾ ਹੋ ਗਿਆ ਹਨੇਰਾ ਵੇ, ਜੱਸੀ ਘਰੇ ਆ ਜਾ। ਕੀ ਬਾਤ ਹੈ, ਬਹੁਤ ਖੂਬ, ਬਹੁਤ ਖੂਬ। ਔਰ ਵਾਕਈ ਉਹ ਜਦੋਂ ਅਸੀਂ ਬਚਪਨ ਦੇ ਵਿੱਚ ਜਿੱਦ ਕਰਦੇ ਆ ਨਾ ਕਿ ਆਹ ਚੀਜ਼ ਚਾਹੀਦੀ, ਉਹ ਸਾਡੇ ਲਈ ਬਹੁਤ ਵੱਡੀ ਜਗੀਰ ਹੁੰਦੀ ਹੈ। ਜਦੋਂ ਕਰਦੇ ਉਹ ਜਿੱਦ ਪਗਾਉਣ ਨੂੰ ਮੰਨ ਜਾਂਦੇ। ਮੈਨੂੰ ਲੱਗਦਾ ਹੁੰਦਾ ਜਿਹੜੀ ਹੁਣ ਦੀ ਜਨਰੇਸ਼ਨ ਹੈ ਨਾ, ਮਤਲਬ ਸਾਡੇ ਤੋਂ ਜਿਹੜੇ ਬਹੁਤ ਛੋਟੇ ਨਰਸਰੀ ਐਲਕੇਜੀ ਦੇ ਬੱਚੇ ਆ, ਇਹਨਾਂ ਦੇ ਮੰਮੀ ਡੈਡੀ ਤਾਂ ਝੱਟ ਮੰਨ ਜਾਂਦੇ, ਆਕੜ ਵਾਲੇ ਤਾਂ ਸਾਡੇ ਨੇ। ਬਿਲਕੁਲ ਜਿਹੜੇ ਮਨਾਉਣੇ ਬਹੁਤ ਔਖੇ ਸੀਗੇ। ਹੁਣ ਤਾਂ ਗੱਲ ਬਾਅਦ ਚੋਂ ਕੱਢਦੇ। ਅਸਲ 'ਚ ਮੈਨੂੰ ਲੱਗਦਾ ਸੀ ਪੱਕਿਓ ਵੀ ਤਾਂ ਹੀ ਆ। ਸਾਡੇ ਘਰਦਿਆਂ ਨੇ ਸਾਨੂੰ ਐ ਨਹੀਂ ਕੀਤਾ ਕਿ ਅਸੀਂ ਭੱਠੀ ਦਾ ਜ਼ਿਆਦਾ ਸੇਕ ਝੱਲਿਆ, ਇਸੇ ਕਰਕੇ ਪਿਆਰ ਬਹੁਤ ਮਿਲਿਆ, ਕੋਈ ਸ਼ੱਕ ਨਹੀਂ। ਪਰ ਏਦਾਂ ਨਹੀਂ ਸਾਨੂੰ ਕੀਤਾ ਘਰਦਿਆਂ ਨੇ ਕਿ ਕੋਈ ਨਹੀਂ ਲੋਲੂ ਪੋਪੂ ਜੇ ਕਰੇ ਚਲੋ, ਹਨਾ। ਤੇ ਤੁਸੀਂ ਵਿੱਚ ਇੱਕ ਗੱਲ ਜਵਾਨੀ ਦੀ ਕੀਤੀ। ਜੀ ਜਵਾਨੀ ਵੱਲ ਵੀ ਮੈਂ ਜ਼ਰੂਰ ਆਉਣਾ ਚਾਹੂੰਗੀ, ਕਿਉਂਕਿ ਬਚਪਨ ਦੇ ਵਿੱਚ ਜੋ ਤੁਸੀਂ ਸਿੱਖ ਲੈਂਦੇ ਆ, ਜੋ ਲੇਖਣੀ ਦਾ ਪ੍ਰਭਾਵ ਤੁਹਾਡੇ ਤੇ ਬਚਪਨ 'ਚ ਪੈਂਦਾ,
ਉਹ ਹੌਲੀ ਹੌਲੀ ਤੁਹਾਡੇ ਨਾਲ ਚੱਲਦਾ ਆ। ਮੈਨੂੰ ਯਾਦ ਅੱਜ ਤੱਕ, ਮੈਨੂੰ ਨਿੱਕੇ ਹੁੰਦਾ ਮੈਡਮ ਨੇ ਕਿਹੜੀ ਕਵਿਤਾ ਸੁਣਾਈ ਸੀ, ਹਲੇ ਕਾਲਜ ਦੀਆਂ ਗੱਲਾਂ ਸ਼ਾਇਦ ਮੈਨੂੰ ਭੁੱਲ ਗਈਆਂ ਕੀ ਪੜਿਆ ਸੀ, ਸਕੂਲ ਦਾ ਪੜਿਆ ਚੇਤੇ ਆ, ਨਿੱਕੇ ਹੁੰਦੇ ਦੀਆਂ ਪੋਇਮਾਂ। ਸੋ ਜਵਾਨੀ ਜਿਹੜੀ ਹੈ ਉਸ ਦੇ ਵਿੱਚ ਫਿਰ ਜਦੋਂ ਲੇਖਣੀ ਐਂਟਰ ਕਰਦੀ ਹੈ ਜੀ ਤੇ ਫਿਰ ਕੀ ਅਸਰ ਪੈਂਦਾ? ਬਿਲਕੁਲ, ਕਿਉਂਕਿ ਜਿਹੜਾ ਜਵਾਨੀ ਹੈ ਨਾ ਜਿਹੜੀ ਜੀ, ਆਪਾਂ ਜਿਵੇਂ ਆਪਾਂ ਕਹਿ ਦਿੰਦੇ ਹੁਣ ਹੜ੍ਹ ਦਾ ਹੁਣੀ ਆਪਾਂ ਸਾਹਮਣਾ ਕਰਕੇ ਹਟਿਆ ਹੜ੍ਹਾਂ ਦਾ, ਤਾਂ ਜਿਹੜਾ ਹੜ੍ਹਾਂ ਦਾ ਪਾਣੀ ਹੈ ਜਦੋਂ ਬਿਖਰ ਜਾਂਦਾ ਤਾਂ ਬੜਾ ਨੁਕਸਾਨ ਪਹੁੰਚਾਉਂਦਾ। ਤੇ ਜਿਹੜਾ ਸਾਡਾ ਯੂਥ ਹੈ ਨਾ, ਜੇ ਅਸੀਂ ਇਹਨੂੰ ਇੱਕ ਲਾਈਨ ਦੇ ਵਿੱਚ, ਇੱਕ ਸੇਧ ਦੇ ਵਿੱਚ ਉਹਨੂੰ ਦਿੰਨੇ ਆ ਤਾਂ ਉਹ ਇੱਕ ਉਸਾਰੂ ਕੰਮ ਵੀ ਕਰਦਾ, ਪਰ ਜਦੋਂ ਉਹਨਾਂ ਦੇ ਪੈਰਾਂ ਹੇਠ ਅਸੀਂ ਕਈ ਵਾਰ ਤਬਾਹੀ ਦੇ ਸਰਨਾਮੇ ਦੇ ਦਿੰਨੇ ਆ ਤਾਂ ਉਹ ਬੜਾ ਦੁੱਖ ਦਿੰਦੇ ਨੇ। ਬਜ਼ੁਰਗ ਦੀ ਤੁਸੀਂ ਗੱਲ ਕੀਤੀ ਨਾ, ਮੇਰੇ ਤੋਂ ਰਿਹਾ ਨਹੀਂ ਗਿਆ ਜੀ, ਤੇ ਮੈਂ ਬਜ਼ੁਰਗ ਦੇ ਉੱਤੇ ਪਹਿਲਾਂ ਕਵਿਤਾ ਸੁਣਨੀ ਚਾਹੂੰਗੀ। ਓਕੇ, ਕਿਉਂਕਿ ਸ਼ਾਇਦ ਸਾਨੂੰ ਵੀ ਪਤਾ ਲੱਗ ਜਾਂਦਾ ਸਾਡੇ ਦਰਸ਼ਕ ਕੀ ਚਾਹੁੰਦੇ ਆ, ਔਰ ਮੈਨੂੰ ਕਹਿ ਲਓ ਕਿ ਫਟਾਫਟ ਫਰਮਾਇਸ਼ ਵੀ ਕਿਸੇ ਟੀਮ ਮੈਂਬਰ ਦੀ ਆ ਗਈ ਕਿ ਬਜ਼ੁਰਗਾਂ ਦੇ ਉੱਤੇ ਚਾਲ ਜੀ ਬਹੁਤ ਵਧੀਆ ਲਿਖਦੇ ਆ। ਜੀ ਸ਼ੁਕਰੀਆ ਜੀ, ਮਿਹਰਬਾਨੀ। ਤੁਸੀਂ ਮਤਲਬ ਇਸ਼ਾਰਾ ਹੋ ਗਿਆ ਕਿ ਪਹਿਲਾਂ ਬਜ਼ੁਰਗਾਂ ਤੇ ਸੁਣੋ, ਪਤਾ ਲੱਗ ਗਿਆ ਸਾਨੂੰ ਕਿ ਤੁਸੀਂ ਬਜ਼ੁਰਗਾਂ ਤੇ ਬਹੁਤ ਸੋਹਣਾ ਲਿਖਦੇ ਆ। ਸ਼ੁਕਰੀਆ ਜੀ, ਮਿਹਰਬਾਨੀ। ਬਜ਼ੁਰਗਾਂ ਤੇ ਸੁਣਾਓ ਤੁਸੀਂ। ਜੀ ਉਹਦੇ ਚ ਨਾ ਇੱਕ ਮਰਦਮਸ਼ੁਮਾਰੀ ਕਵਿਤਾ ਮੈਂ ਲਿਖੀ ਜਿਹੜੀ ਕਿ ਪੂਰੇ ਦੁਨੀਆ ਦੇ ਵਿੱਚ ਮਤਲਬ ਉਹ ਸਲਾਹੀ ਗਈ, ਤਾਂ ਉਹਦੇ ਉੱਪਰ ਬਸ ਮੈਨੂੰ ਪਤਾ ਸੀ, ਤਾਂ ਹੀ ਮੈਨੂੰ ਬਾਰ-ਬਾਰ ਇਸ਼ਾਰੇ ਆ ਰਹੇ, ਉਹੀ ਕਵਿਤਾ ਹੈ ਨਾ ਜਿਹੜੀ ਸਾਰੇ ਤਾਂ ਹੀ ਸਾਡੀ ਸਾਰੀ ਟੀਮ ਨੂੰ ਪਤਾ ਲੱਗ ਗਿਆ। ਸ਼ੁਕਰੀਆ ਜੀ, ਮਿਹਰਬਾਨੀ। ਮਰਦਮਸ਼ੁਮਾਰੀ ਜਦੋਂ ਦੂਜੀ ਵੇਰ ਆਈ ਸੀ, ਮੇਰੀ ਵੀ ਡਿਊਟੀ ਉਹਦੇ ਚ ਲਗਾਈ ਸੀ, ਸਰਵੇ ਕਰਨ ਲਈ ਮੈਂ ਘਰਾਂ ਚ ਫੇਰੀ ਪਾਈ ਸੀ, ਇੱਕ ਘਰ ਬੈਠੀ ਇੱਕ ਵਿਰਧ ਮਾਈ ਸੀ, ਮੈਨੂੰ ਪਹਿਚਾਨਣ ਲਈ ਉਸ ਦਾ ਮੱਥੇ ਤੇ ਹੱਥ ਰੁਕ ਗਿਆ, ਸਤਿ ਸ਼੍ਰੀ ਅਕਾਲ ਕਹਿ ਕੇ ਮੇਰਾ ਸਿਰ ਝੁਕ ਗਿਆ। ਕੌਣ ਹੈ ਭਾਈ ਤੂੰ, ਕੰਮ ਹੈ ਕੀ ਵੇ, ਘਰ ਹਾਂ ਇਕੱਲੀ ਹੋਰ ਕੋਈ ਨਾ ਜੀਵੇ, ਮਾਸਟਰਾਂ ਬੇਬੇ ਮੈਂ ਤਾਂ ਸਕੂਲ ਦਾ, ਘੁੰਮਣ ਕਲਾਂ ਤੇ ਬਲਾਕ ਮੰਡੀ ਫੂਲ ਦਾ, ਸਰਵੇ ਕਰਨਾ ਮੈਂ ਤੁਹਾਡੇ ਪਰਿਵਾਰ ਦਾ, ਆਪਣਾ ਨਾਂ ਦੱਸ ਨਾਲੇ ਆਪਣੇ ਸਰਦਾਰ ਦਾ। ਮੱਧਮ ਅੱਖਾਂ ਦੇ ਵਿੱਚ ਭਰ ਆਇਆ ਪਾਣੀ ਸੀ, ਚਿਹਰੇ ਦੀਆਂ ਝੂੜੀਆਂ ਬਿਆਨ ਕਰ ਗਈਆਂ ਕਹਾਣੀ ਸੀ। ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ, ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ, 60 ਸਾਲ ਹੋ ਗਏ ਪੁੱਤ ਬਖਤੌਰ ਸੂਨਾ ਵਿਆਹੀ ਨੂੰ। 4 ਪੁੱਤ ਹੋਏ ਮੇਰੇ ਘਰ ਦੀ ਸ਼ਾਨ ਸੀ, ਕੰਮ ਕਰ ਮੇਰੀ ਥੱਕਦੀ ਨਾ ਜਾਨ ਸੀ, ਦਿਨ ਰਾਤ ਭੱਜੇ ਫਿਰਦੇ ਚਾਈ ਸੀ, ਮਿੱਟੀ ਨਾਲ ਮਿੱਟੀ ਹੁੰਦੇ ਮੈਂ ਤੇ ਮੇਰਾ ਸਾਈਂ ਸੀ। ਮਿਹਨਤਾਂ ਕਰਕੇ ਪੁੱਤ ਪੜ੍ਹਾਏ ਲਿਖਾਏ ਸੀ, ਚਾਵਾਂ ਨਾਲ ਵਿਆਹੇ ਨਾਲੇ ਨੌਕਰੀਆਂ ਲਗਵਾਏ ਸੀ। ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ, ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ, ਸੋਹਣਾ ਪਰਿਵਾਰ ਗਿਆ ਹੌਲੀ ਹੌਲੀ ਖਿੰਡ ਵੇ। ਇਸੇ ਗੱਲ ਨੂੰ ਮੇਰਾ ਸਾਈਂ ਦਿਲ ਤੇ ਲਾ ਗਿਆ, ਨਿਰਮੋਹੀ ਦੁਨੀਆ ਨੂੰ ਫਤਿਹ ਬੁਲਾ ਗਿਆ। ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ, ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ, ਪੁੱਤਾਂ ਦੀਆਂ ਸ਼ਹਿਰ ਕੋਠੀਆਂ ਤੇ ਮਾਂ ਕਿੱਥੇ ਰੱਖੇ ਸੰਦੂਕ ਵੇ। ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ, ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ, ਹੁਣ ਤਾਂ ਪੁੱਤ ਜ਼ਮੀਨ ਦਾ ਠੇਕਾ ਲੈਣੀ ਆਉਂਦੇ ਨੇ। ਭੇਜੇ ਮੈਂ ਸਨੇਹੇ ਲੈ ਲੋ ਖਬਰ ਸਾਰ ਵੇ, ਆ ਨਹੀਂ ਸਕਦੇ ਕਹਿੰਦੇ ਟੌਮੀ ਬਿਮਾਰ ਵੇ। ਦੱਸ ਕੀ ਕਰੂ ਪੁੱਤ ਪਾਲਣ ਹਾਰਾ ਵੇ, ਚੰਦਰਿਆਂ ਨੂੰ ਮਾਂ ਤੋਂ ਵੱਧ ਕੁੱਤਾ ਹੋ ਗਿਆ ਪਿਆ। ਓਏ ਹੋਏ ਕੀ ਬਾਤ ਹੈ। ਬੋਰੀ ਵਾਲੇ ਝੋਲੇ ਚੋਂ ਬੇਬੇ ਪਾਸਬੁੱਕ ਕੱਢ ਲਿਆਈ ਸੀ, ਬੋਰੀ ਵਾਲੇ ਝੋਲੇ ਚੋਂ ਬੇਬੇ ਪਾਸਬੁੱਕ ਕੱਢ ਲਿਆਈ ਸੀ, ਆ ਦੇਖੀ ਪੁੱਤ ਐਤਕੀ ਦੀ ਪੈਨਸ਼ਨ ਨਹੀਂ ਆਈ ਸੀ। ਏਦੂ ਵੱਡੀ ਜ਼ਿੰਦਗੀ ਦੀ ਹੋਊ ਕੀ ਹਾਰ ਵੇ, ਏਦੂ ਵੱਡੀ ਜ਼ਿੰਦਗੀ ਦੀ ਹੋਊ ਕੀ ਹਾਰ ਵੇ, 4 ਪੁੱਤਾਂ ਦੀ ਮਾਂ ਮੈਨੂੰ ਪਾਲਦੀ ਐ ਸਰਕਾਰ ਵੇ। ਰੋਣ ਦਾ ਪਖੰਡ ਉਦੋਂ ਕਰਨਗੇ ਸਾਰੇ ਵੇ, ਭੋਗ ਤੇ ਇਕੱਠ ਨਾਲੇ ਕਰਨਗੇ ਭੰਡਾਰੇ ਵੇ। ਉਸ ਦਿਨ ਦੇਖੀ ਪੁੱਤਾ ਵੱਜਦੇ ਸਲੂਟ ਵੇ, ਉਸ ਦਿਨ ਦੇਖੀ ਪੁੱਤਾ ਵੱਜਦੇ ਸਲੂਟ ਵੇ, ਸ਼ਰਧਾਂਜਲੀਆਂ ਵੇਲੇ ਦੇਖੀ ਬੋਲਦੇ ਝੂਠ ਵੇ। ਓਏ ਹੋਏ ਹੋਏ ਮਾਸਟਰਾਂ ਪੁੱਤਾ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ, ਮਾਸਟਰਾਂ ਪੁੱਤਾ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ, ਅਫਸਰ ਆਪੇ ਬਣਨਗੇ ਬਣਾਈ ਨੇਕ ਇਨਸਾਨ ਵੇ। ਭੁੱਲ ਨਾ ਜਾਣ ਕਿਤੇ ਆਪਣੇ ਫਰਜ਼ ਵੇ, ਬੜੇ ਔਖੇ ਹੁੰਦੇ ਲਾਉਣੇ ਮਾਵਾਂ ਦੇ ਕਰਜ਼ ਵੇ। ਬੇਬੇ ਨੇ ਜਦੋਂ ਮੁਕਾਤੀ ਕਹਾਣੀ ਸੀ, ਚਹਿਲ ਦੀਆਂ ਅੱਖਾਂ ਵਿੱਚ ਭਰ ਆਇਆ ਪਾਣੀ ਸੀ, ਦਿਲ ਵਿੱਚ ਉੱਠੀ ਫਿਰ ਡੂੰਗੀ ਇੱਕ ਚੀਸ ਹੋਏ, ਦਿਲ ਵਿੱਚ ਉੱਠੀ ਫਿਰ ਡੂੰਗੀ ਇੱਕ ਚੀਸ ਹੋਏ। ਚੇਤੇ ਰੱਖਿਓ ਸੋਹਣਿਓ ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ, ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ, ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ। ਬਹੁਤ ਸੋਹਣੀ ਕਵਿਤਾ ਔਰ ਮੈਨੂੰ ਲੱਗਦਾ ਮੈਂ ਇਹਨੂੰ ਕਿੰਨੀ ਵਾਰੀ ਸੁਣਿਆ, ਪਰ ਜਦੋਂ ਤੁਸੀਂ ਲਾਈਵ ਸੁਣਦੇ ਆ ਨਾ, ਮੈਂ ਤੁਹਾਨੂੰ ਕਿਹਾ ਕਿ ਐਵੇਂ ਹੀ ਨਹੀਂ ਰੌਲਾ ਪੈ ਰਿਹਾ ਬਜ਼ੁਰਗ ਵਾਲੀ ਪਹਿਲਾਂ ਕਵਿਤਾ ਸੁਣਾ ਦਿਓ। ਇਹ ਇੰਨੀ ਸੋਹਣੀ ਲੇਖਣੀ ਤੁਸੀਂ ਪਰੋਈ ਹੈ ਨਾ ਜੀ, ਕਿਉਂਕਿ ਸਾਡੀ ਜ਼ਿੰਦਗੀ ਦਾ ਇਹ ਕੌੜਾ ਸੱਚ ਆਪਾਂ ਕਹਿ ਲਈਏ ਇਹ ਹੈਗਾ ਜੀ ਕਿ ਸਾਡੇ ਕੋਲ ਹਰ ਚੀਜ਼ ਲਈ ਟਾਈਮ ਨਹੀਂ ਹੁੰਦਾ ਜੀ, ਪਰ ਅਸੀਂ ਵਿਦੇਸ਼ਾਂ 'ਚ ਵੀ ਆਪਣੇ ਬੱਚੇ ਭੇਜ ਦਿੱਤੇ। ਬਿਲਕੁਲ
ਪਰ ਬਜ਼ੁਰਗ ਮਾਂ-ਬਾਪ ਜਦੋਂ ਇਕੱਲੇ ਰਹਿ ਜਾਂਦੇ ਨੇ, ਜਦੋਂ ਅਸੀਂ ਨਿੱਕੇ ਸੀ ਸਾਡੇ ਮਾਂ-ਬਾਪ ਨੇ ਤਾਂ ਸਾਨੂੰ ਛੱਡਿਆ ਨਹੀਂ, ਬਿਲਕੁਲ ਬਿਲਕੁਲ ਜੀ, ਕਿ ਇਹਨਾਂ ਨੂੰ ਛੱਡਿਆ ਉਹਨੇ ਕਿਤੇ ਟੇਕ ਕੇਅਰ, ਉੱਥੇ ਆਪੇ ਹੀ ਪੜ ਜਾਓਗੇ ਜੇ ਹੁਣ ਉਹ ਬਜ਼ੁਰਗ ਹੋ ਗਏ। ਇਹ ਤੁਸੀਂ ਜਦੋਂ ਅਧਿਆਪਕ ਸੀਗੇ ਉੱਥੇ ਜਾ ਕੇ ਕਿਤੇ ਚੀਜ਼ ਦੇਖੀ ਸੀ ਅੱਖੀ? ਬਿਲਕੁਲ। ਇਹ ਜੀ ਜਦੋਂ ਮਤਲਬ ਮਰਦਮਸ਼ੁਮਾਰੀ ਦੇ ਵਿੱਚ ਮੇਰੀ ਡਿਊਟੀ ਲੱਗੀ ਨਾ, ਤਾਂ ਕਈ ਵਾਰ ਮਤਲਬ ਕੁਝ ਇਸ ਤਰ੍ਹਾਂ ਦੇ ਹਾਲਾਤ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਤਾਂ ਉੱਥੇ ਇਸ ਤਰ੍ਹਾਂ ਦੇ ਕਈ ਵਾਰੀ ਬਜ਼ੁਰਗ ਮਿਲਦੇ ਆ, ਤਾਂ ਇਹ ਨਹੀਂ ਹੁੰਦਾ ਕਈ ਵਾਰੀ ਕਿ ਮਤਲਬ ਹੂਬਹੂ ਉਹੀ ਤਸਵੀਰ ਹੁੰਦੀ ਹੈ। ਹਾਂਜੀ, ਉਹਦੇ ਵਿੱਚ ਮਤਲਬ ਤੁਹਾਨੂੰ 30-40% ਤੁਹਾਨੂੰ ਮਿਲਦਾ ਕਿ 30-40% ਤੁਸੀਂ ਪਾਤਰਾਂ ਦੀ ਕਲਪਨਾ ਕਰ ਲੈਂਦੇ ਹੋ। ਤਾਂ ਉਸ ਤਰ੍ਹਾਂ ਦਾ ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਹਾਂ ਇਸ ਚੀਜ਼ ਤੇ ਕਲਮ ਚਲਾਉਣੀ ਚਾਹੀਦੀ ਹੈ, ਕਿਉਂਕਿ ਇਹ ਹੈ ਦੁੱਖ ਸਾਡੇ ਪੰਜਾਬ ਦਾ ਇਸ ਵਕਤ, ਤਰਾਸਦੀ ਹੈਗੀ ਹੈ ਜੀ, ਕਿਉਂਕਿ ਮਾਂ-ਬਾਪ ਇਕੱਲੇ ਰਹਿ ਗਏ ਤੇ ਬੱਚੇ ਸਾਰੇ ਬਾਹਰ ਚਲੇ ਗਏ। ਹਾਂਜੀ ਹਾਂਜੀ, ਔਰ ਸਾਰੀ ਉਮਰ ਮਾਂ-ਬਾਪ ਪਾਲਦੇ ਤੇ ਅੰਤਿਮ ਸਮੇਂ ਤੇ ਵੀ ਮੈਂ ਤਾਂ ਦੇਖਿਆ, ਕਹਿਣਾ ਨਹੀਂ ਚਾਹੀਦਾ ਕਿ ਬਹੁਤ ਸਾਰੇ ਬੱਚੇ ਪਹੁੰਚਦੇ ਹੀ ਨਹੀਂ। ਬਿਲਕੁਲ ਜੀ, ਕਿ ਟਿਕਟਾਂ ਬਹੁਤ ਮਹਿੰਗੀਆਂ ਹੋ ਗਈਆਂ ਜੀ, ਸਾਰਾ ਕੁਝ ਹੋ ਗਿਆ। ਬਿਲਕੁਲ ਜੀ। ਜਦੋਂ ਇਹ ਚੀਜ਼ਾਂ ਤੁਸੀਂ ਲਿਖਦੇ ਹੋ ਜਿਹੜੀਆਂ ਸਮਾਜ ਦੇ ਵਿੱਚ ਵਾਪਰਦੀਆਂ ਜੀ, ਸਮਾਜ ਫਿਰ ਇਸ ਲੇਖਣੀ ਦਾ ਪ੍ਰਭਾਵ ਕਬੂਲਦਾ ਆ? ਬਿਲਕੁਲ ਜੀ, ਬਹੁਤ ਕਬੂਲਦਾ ਹੈ। ਔਰ ਕਿਸੇ ਵੀ ਗੱਲ ਦਾ ਨਾ ਜਿਹੜੀ ਮਤਲਬ ਕੋਈ ਤੁਸੀਂ ਉਹਨੂੰ ਤੁਹਾਡੇ ਮੁਖਾਰਬਿੰਦ ਚੋਂ ਜਿਹੜੀ ਵੀ ਗੱਲ ਨਿਕਲਦੀ ਹੈ, ਤੁਹਾਡੀ ਕਲਮ ਦੀ ਨੋਕ ਦੇ ਵਿੱਚੋਂ ਜਿਹੜੀ ਵੀ ਗੱਲ ਨਿਕਲਦੀ ਹੈ, ਉਹਦਾ ਮਤਲਬ ਸਮਾਜ ਦੇ ਉੱਪਰ ਉਹਦਾ ਅਸਰ ਪੈਂਦਾ ਹੈ। ਭਾਵੇਂ ਉਹ ਤੁਸੀਂ ਜੇ ਉਹ ਨੈਗੇਟਿਵ ਅਪਰੋਚ ਵੱਲ ਜਾ ਰਹੀ ਹੈ ਤਾਂ ਵੀ ਕਈ ਵਾਰੀ ਪੈ ਜਾਂਦਾ, ਪੋਜ਼ਿਟਿਵ ਵੱਲ ਜਾ ਰਹੀ ਹੈ ਤਾਂ ਵੀ ਪੈ ਜਾਂਦਾ। ਹੁਣ ਜੇ ਆਪਾਂ ਮਤਲਬ ਅੱਜ ਦੀ ਜਿਹੜੀ ਮਤਲਬ ਜਿਹੜਾ ਦੌਰ ਚੱਲ ਰਿਹਾ ਅੱਜ ਦਾ, ਤੇ ਇਹ ਨਹੀਂ ਹੈਗਾ ਕਿ ਸਾਰਾ ਕੁਝ ਵਧੀਆ ਲਿਖਿਆ ਜਾ ਰਿਹਾ, ਤੇ ਇਹ ਵੀ ਨਹੀਂ ਕਿ ਸਾਰਾ ਕੁਝ ਮਾੜਾ ਲਿਖਿਆ ਜਾ ਰਿਹਾ, ਠੀਕ ਹੈ ਨਾ ਜੀ। ਸਾਰੇ ਤਰ੍ਹਾਂ ਦੇ ਇੱਥੇ ਬੰਦੇ ਹੁੰਦੇ ਹੈਗੇ ਆ, ਪਰ ਆਪਾਂ ਮਤਲਬ ਇਹ ਦੇਖਣਾ ਹੁੰਦਾ ਹੈ ਕਿ ਕਿਉਂਕਿ ਸਾਡੇ ਸਾਹਮਣੇ ਪਿਆ ਜੀ ਸਾਰਾ ਕੁਝ, ਤਾਂ ਅਸੀਂ ਇਹ ਦੇਖਣਾ ਕਿ ਅਸੀਂ ਚੱਕਣਾ ਕੀ ਹੈ। ਚੰਗੀਆਂ ਚੀਜ਼ਾਂ ਵੀ ਸਾਡੇ ਸਾਹਮਣੇ ਪਈਆਂ ਨੇ, ਮਾੜੀਆਂ ਵੀ ਪਈਆਂ ਨੇ। ਕਈ ਵਾਰੀ ਆਪਾਂ ਇਹ ਕਹਿ ਦਿੰਦੇ ਆ ਕਿ ਜੀ ਇਹ ਤਾਂ ਵਿਕਦਾ ਨਹੀਂ ਅੱਜ ਕੱਲ, ਹੈ ਨਾ, ਪਰ ਜ਼ਰੂਰੀ ਇਹ ਨਹੀਂ ਹੁੰਦਾ। ਉਹ ਜ਼ਰੂਰੀ ਨਹੀਂ ਕਿ ਤੁਹਾਨੂੰ ਮਤਲਬ ਮਾਲਕ ਨੇ ਓਨਾ ਕੁ ਤੁਹਾਡੇ 'ਚ ਸਮਰੱਥਾ ਦਿੱਤੀ ਹੈ ਕਿ ਤੁਸੀਂ ਆਪਦਾ ਤੋਰੀ ਫੁਲਕਾ ਚਲਾ ਸਕੋ, ਰੋਜੀ ਰੋਟੀ ਕਰ ਸਕੋ। ਮੈਨੂੰ ਇੰਨਾ ਕੁ ਮਾਲਕ ਨੇ ਬਖਸ਼ਿਆ ਹੈ ਕਿ ਮੈਂ ਆਪਦੀ ਸੋਹਣੀ ਵਧੀਆ ਢੰਗ ਨਾਲ ਰੋਟੀ ਖਾ ਸਕਾਂ। ਪਰ ਜੇ ਮਾਲਕ ਨੇ ਮੈਨੂੰ ਇਹ ਗੁਣ ਬਖਸ਼ਿਆ, ਕਿਉਂਕਿ ਇਹਦੇ ਵਿੱਚ ਮੈਂ ਕਹਾਂ ਵੀ ਮੈਂ ਆਹ ਲਿਖਤਾ ਜੀ, ਮੈਂ ਉਹ ਲਿਖਤਾ, ਨਹੀਂ। ਜੇ ਕਹਿੰਦੇ ਨਾ ਵੀ ਉਹਦੀ ਰਹਿਮਤ ਤੋਂ ਬਿਨਾਂ ਕਦੇ ਪਹਿਚਾਣ ਨਹੀਂ ਮਿਲਦੀ। ਪਹਿਚਾਣ ਉਦੋਂ ਮਿਲਦੀ ਹੈ ਜਦੋਂ ਉਹਦੀ ਰਹਿਮਤ ਹੁੰਦੀ ਹੈ। ਸੋ ਜੇ ਉਹਨੇ ਮੈਨੂੰ ਇਹ ਚੀਜ਼ ਬਖਸ਼ੀ ਹੈ ਤਾਂ ਮੇਰਾ ਇਹ ਫਰਜ਼ ਬਣਦਾ ਕਿ ਮੈਂ ਕੁਝ ਸਮਾਜ ਨੂੰ ਉਸ ਤਰ੍ਹਾਂ ਦਾ ਦੇਵਾਂ ਜਿਹਦੇ ਨਾਲ ਕਿਸੇ ਦਾ ਧੀ ਪੁੱਤ ਕੋਈ ਸਲੱਗ ਬਣੇ। ਹੁਣ ਜਿਹੜਾ ਪ੍ਰਭਾਵ ਹੁਣ ਚੱਲ ਰਿਹਾ, ਆਪਾਂ ਮਤਲਬ ਇੱਕ ਨਾ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹਦੇ ਵਿੱਚ ਕਿਸੇ ਨੇ ਕਿਹਾ, ਕਹਿੰਦੇ ਵੀ ਪ੍ਰਭਾਵ ਨਹੀਂ ਪੈਂਦਾ ਜੀ, ਇਹ ਤਾਂ ਜਾਂ ਗੀਤ ਸੰਗੀਤ ਹੈ ਜਾਂ ਕੋਈ ਹੋਰ ਚੀਜ਼ਾਂ ਨੇ, ਵਿਧਾਵਾਂ ਨੇ, ਇਹ ਤਾਂ ਜਸਟ ਇੱਕ ਮਨੋਰੰਜਨ ਦਾ ਸਾਧਨ ਹੁੰਦੇ ਨੇ ਜੀ, ਇਹਨਾਂ ਦਾ ਸਮਾਜ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ। ਤਾਂ ਅਸਰ ਤਾਂ ਮਤਲਬ ਆਪਾਂ ਕਬੂਲਿਆ ਹੋਇਆ ਜੀ, ਆਪਾਂ ਵਰਤ ਰਿਹਾ, ਅਸਰ ਤਾਂ ਆਪਾਂ ਨੂੰ ਦਿਖ ਰਿਹਾ। ਹੁਣ ਤੁਸੀਂ ਵਰਨ ਜੀ ਇਹ ਦੇਖੋ ਕਿ ਪਹਿਲਾਂ ਜਦੋਂ ਕੋਈ ਨਾ ਕਤਲ ਹੁੰਦਾ ਸੀ ਤਾਂ ਮਤਲਬ ਦਾਦੇ ਪੜਦਾਦੇ ਦੱਸਦੇ ਆ ਕਿ ਉਹਦੀ ਚਰਚਾ ਹੁੰਦੀ ਸੀ ਸਾਲਾਂ ਬੱਧੀ, ਮਤਲਬ ਬੜਾ ਇੱਕ ਕਹਿ ਲਓ ਸਨਾਟਾ ਛਾ ਜਾਂਦਾ ਸੀ ਆਲੇ ਦੁਆਲੇ ਵੀ ਕਤਲ ਹੋ ਗਿਆ। ਔਰ ਉਹ ਕਤਲ ਵੀ ਇਹ ਕਰਦਾ ਸੀ ਜਿਹਦੀ ਕੋਈ ਦੁਸ਼ਮਣੀ ਹੁੰਦੀ ਸੀ। ਤੇ ਹੁਣ ਜਦੋਂ ਅਖਬਾਰ ਚੱਕੀ ਦਾ ਤੇ ਪਹਿਲੇ ਪੰਨੇ ਤੇ ਖਬਰ ਹੁੰਦੀ ਹੈ ਕਿ ਘਰ ਦੇ ਮੁੰਡੇ ਨੇ ਹੀ ਕਰ ਦਿੱਤਾ ਘਰ ਦੇ ਸਾਰੇ ਜੀਆਂ ਦਾ ਕਤਲ। ਇਹ ਚੀਜ਼ਾਂ ਮਤਲਬ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਉੱਪਰ ਸਾਡੀਆਂ ਜਿਹੜੀਆਂ ਵਿਧਾਵਾਂ ਨੇ, ਭਾਵੇਂ ਉਹ ਲੇਖਣੀ ਹੈ ਭਾਵੇਂ ਉਹ ਗਾਉਣੀ ਹੈ, ਉਹਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਉਹੇ ਜੇ ਮਤਲਬ ਤੁਸੀਂ ਇੱਕ ਪਿੱਛੇ ਜੇ ਨਾ ਨਿਊਜ਼ ਮੈਂ ਸੁਣ ਰਿਹਾ ਸੀ ਤਾਂ ਉਹਦੇ ਵਿੱਚ ਆਇਆ ਕਿ ਪੋਤੇ ਨੇ ਆਪਣੀ ਦਾਦੀ ਨੂੰ ਅੱਗ ਲਾ ਕੇ ਸਾੜ ਦਿੱਤਾ। ਓਏ ਹੋਏ। ਔਰ ਜਦੋਂ ਉਹ ਇਨਵੈਸਟੀਗੇਸ਼ਨ ਹੋਈ, ਜਦੋਂ ਜਾਂਚ ਦਾ ਵਿਸ਼ਾ ਬਣਿਆ, ਤਾਂ ਜਦੋਂ ਉਹ ਤੋਂ ਪੁੱਛਿਆ ਗਿਆ ਵੀ ਤੂੰ ਇਸ ਤਰ੍ਹਾਂ ਕਿਉਂ ਕੀਤਾ, ਤਾਂ ਉਹ ਕਹਿੰਦਾ ਵੀ ਮੈਂ ਇੱਕ ਸੀਰੀਅਲ ਦੇਖਿਆ ਸੀ ਟੀਵੀ ਤੇ, ਉਹਦੇ 'ਚ ਇਹੀ ਕੁਝ ਹੋਇਆ ਸੀ। ਮੈਂ ਬਜ਼ੁਰਗਾਂ ਦੀ ਕਵਿਤਾ ਵੱਲ ਚਲ ਗਈ ਸੀ ਤੇ ਹੁਣ ਇੱਕ ਜਵਾਨੀ ਦੇ ਉੱਤੇ ਜਿਹੜੀ ਲੇਖਣੀ ਕਿੱਦਾਂ ਪ੍ਰਭਾਵ ਪਾਉਂਦੀ ਹੈ, ਇੱਕ ਵਧੀਆ ਜੀ ਜਵਾਨੀ ਦੀ ਕਵਿਤਾ ਆਪਣੀ ਰਹਿ ਗਈ ਸੀ। ਜੀ 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 ਇਹਦੇ 'ਚ ਇਹ ਹੈ ਜੀ ਕਿ ਜਿਹੜਾ ਯੂਥ ਹੈ ਨਾ, ਉਹਦੇ ਉੱਪਰ ਮਤਲਬ ਕਿਸ ਤਰ੍ਹਾਂ ਦਾ, ਜਿਸ ਤਰ੍ਹਾਂ ਦੇ ਅੱਜ ਕੋਈ ਗੀਤ ਆ ਰਿਹਾ ਜਾਂ ਜਿਸ ਤਰ੍ਹਾਂ ਦਾ ਮਤਲਬ ਅੱਜ ਸਾਡਾ ਦੌਰ ਚੱਲ ਰਿਹਾ, ਤਾਂ ਉਹਦਾ ਇੱਕ ਮਤਲਬ ਪ੍ਰਭਾਵ ਪੈਂਦਾ। ਕਈ ਵਾਰੀ ਨੈਗੇਟਿਵ ਵੀ ਪੈ ਜਾਂਦਾ ਤੇ ਕਈ ਵਾਰੀ ਗੀਤ ਸੁਣਨ ਨੂੰ ਮਿਲਦੇ ਆਪਾਂ ਨੂੰ ਨਾ। ਮੈਂ ਇੱਕ ਗੀਤ ਸੁਣਿਆ, ਉਹ ਕਹਿੰਦਾ ਵੀ 16ਵਾਂ ਟੱਪਿਆ 17ਵਾਂ ਟੱਪਿਆ ਤੇ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ। ਉਹਨੇ ਇੱਕ ਗੀਤ ਗਾਇਆ ਹੈ ਨਾ, ਮੈਂ ਉਹ ਵੀਰ ਨੂੰ ਰਿਪਲਾਈ ਦਿੱਤਾ ਇਹਦਾ ਕਿ 18ਵਾਂ ਸਾਲ ਹੈ ਜਿਹੜਾ ਉਹ ਬਦਨਾਮ ਹੋਣ ਲਈ ਨਹੀਂ ਹੁੰਦਾ, 18ਵਾਂ ਸਾਲ ਨਾਮ ਕਮਾਉਣ ਲਈ ਹੁੰਦਾ। ਕੀ ਬਾਤ ਹੈ, ਠੀਕ ਹੈ ਨਾ ਜੀ। ਕਿ ਡੀਜੇ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਸੀ, ਸ਼ੋਰ ਜਿਹੇ ਨਾਲ ਮੇਰੀ ਨੀਂਦ ਟੁੱਟ ਗਈ ਸੀ, ਗੀਤ ਸੁਣ ਦਿਮਾਗ ਸੱਚੀ ਜਾਮ ਹੋ ਗਿਆ, ਕਹਿੰਦਾ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ। ਪੰਜੇ ਉਂਗਲਾਂ ਤਾਂ ਇੱਕੋ ਸਾਰ ਨਹੀਂ ਹੁੰਦੀਆਂ, ਆ ਬਦਨਾਮੀਆਂ ਭਾਈਓ ਪਿਆਰ ਨਹੀਂ ਹੁੰਦੀਆਂ। ਬਾਪੂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਸੀ, 18ਵੇਂ 'ਚ ਦੱਸਦਾ ਓਏ ਕਿਹੜਾ ਕਿਹੜਾ ਕੰਮ ਕਰਨਾ ਸੀ। 12ਵੀਂ ਦੀ ਪੂਰੀ ਕਰਨੀ ਸੀ ਪੜ੍ਹਾਈ ਓਏ,
ਫੌਜ ਵਿੱਚ ਭਰਤੀ ਲਈ ਕਰਨਾ ਸੀ ਟਰਾਈ ਓਏ ਓਏ ਹੋਏ ਮਾਰਸ਼ਲ ਅਰਜਨ ਸਿੰਘ ਵਾਂਗ ਨਾਮਣਾ ਸੀ ਖੱਟਣਾ ਬਾਪੂ ਦੇ ਮੋਢਿਆਂ ਤੋਂ ਬੋਝ ਸੀ ਘਟਣਾ 18ਵੇਂ ਚ ਤਾਂ ਟਰੈਕਟਰ ਦੇ ਸਟੀਅਰਿੰਗ ਫੜ ਲੈਣੇ ਸੀ 18ਵੇਂ ਚ ਤਾਂ ਟਰੈਕਟਰ ਦੇ ਸਟੀਅਰਿੰਗ ਫੜ ਲੈਣੇ ਸੀ ਕਿੱਲਾ ਛੜਵਾ ਲੈਂਦਾ ਜਿਹੜਾ ਪਿਆ ਗਹਿਣੇ ਸੀ ਹਾਏ ਹਾਏ ਬਾਪੂ ਦੇ ਪਿੰਡ ਦੇ ਨਾਮ ਵਾਲੀ ਜਾਂਦੀ ਝੰਡੀ ਗੱਡੀ ਓਏ ਹਰਜੀਤ ਬਾਜੇ ਖਾਨੇ ਵਾਂਗੂ ਖੇਡਦਾ ਜੇ ਕਬੱਡੀ ਓਏ ਰੋਇੰਗ ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਓਏ ਰੋਇੰਗ ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਓਏ ਸਵਰਨ ਬਿਰਕ ਵਾਂਗੂ ਅਰਜਨ ਅਵਾਰਡ ਵਾਲੀ ਮਾਰ ਲੈਂਦਾ ਮੰਨ ਲਓ ਸਾਡੇ ਮਾਨਸਾ ਦਾ ਨੌਜਵਾਨ ਸਵਰਨ ਬਿਰਕ ਜਿਹਨੇ ਮਤਲਬ ਅਰਜਨ ਅਵਾਰਡ ਲਿਆ ਹੈ ਨਾ ਪਿੰਡਾਂ ਦੇ ਵਿੱਚੋਂ ਉੱਠ ਕੇ ਹੈ ਨਾ ਰੋਇੰਗ ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਓਏ ਸਵਰਨ ਬਿਰਕ ਵਾਂਗੂ ਅਰਜਨ ਅਵਾਰਡ ਵਾਲੀ ਮਾਰ ਲੈਂਦਾ ਮੰਨ ਲਓ 18ਵੇਂ ਚ ਤਾਂ ਯਾਦਗਾਰੀ ਰੋਲ ਨਿਭਾਉਣਾ ਸੀ ਔਲਖ ਸਾਹਿਬ ਦੇ ਨਾਟਕਾਂ ਦਾ ਪਾਤਰ ਬਣ ਜਾਣਾ ਸੀ ਕੀ ਬਾਤ ਹੈ ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ ਕੁਝ ਤਾਂ ਯੋਗਦਾਨ ਦੇਣਾ ਸੀ ਸਮਾਜ ਨੂੰ ਦੱਸ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਹੋਏ ਜੇ 18ਵੇਂ ਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ ਦੱਸ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਹੋਏ ਜੇ 18ਵੇਂ ਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ ਚੰਗੇ ਕੰਮ ਕਰਨ ਵਾਲੇ ਆਮ ਨਹੀਂ ਹੁੰਦੇ ਹੋਏ ਸਿਆਣੇ ਧੀ ਪੁੱਤ ਕਦੇ ਬਦਨਾਮ ਨਹੀਂ ਹੁੰਦੇ ਹਾਏ 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 ਕੀ ਬਾਤ ਹੈ ਇੰਨੀ ਕੁ ਗੱਲ ਕਹਿੰਦਾ ਚਹਿਲ ਜਾਂਦਾ ਓਏ ਇੰਨੀ ਕੁ ਗੱਲ ਕਹਿੰਦਾ ਚਹਿਲ ਜਾਂਦਾ ਓਏ 18ਵੇਂ ਦਾ ਕਮਾਇਆ ਤੇ ਬੰਦਾ ਸਾਰੀ ਉਮਰ ਖਾਂਦਾ ਓਏ 18ਵੇਂ ਦਾ ਕਮਾਇਆ ਤੇ ਬੰਦਾ ਸਾਰੀ ਉਮਰ ਖਾਂਦਾ ਓਏ ਕੀ ਬਾਤ ਹੈ ਮਨੁੱਖਤਾ ਜਿਹੜੀ ਹੈ ਉਸ ਦੇ ਉੱਤੇ ਕੀ ਲੇਖਣੀ ਦਾ ਪ੍ਰਭਾਵ ਪੈਂਦਾ ਇਨਸਾਨ ਬਣ ਜਾਂਦਾ ਸ਼ਾਇਦ ਕਿਤਾਬਾਂ ਬਣ ਕੇ ਮੈਨੂੰ ਕਦੇ ਲੱਗਦਾ ਹੁੰਦਾ ਕਿ ਕੋਈ ਸ਼ੱਕ ਨਹੀਂ ਕਿ ਸਾਨੂੰ ਇੰਟਰਨੈਟ ਨੇ ਬਹੁਤ ਕੁਝ ਦਿੱਤਾ ਸਾਨੂੰ ਖਪਣਾ ਨਹੀਂ ਪੈਂਦਾ ਕੋਈ ਚੀਜ਼ ਲੱਭਣੀ ਹੋਵੇ ਤਾਂ ਪਰ ਮਸ਼ੀਨਾਂ ਸਾਡੇ ਕੋਲ ਆ ਗਈਆਂ ਕੰਮ ਸੌਖਾ ਕਰ ਦਿੱਤਾ ਪਰ ਮਸ਼ੀਨਾਂ ਤੁਹਾਨੂੰ ਮਸ਼ੀਨ ਬਣਾ ਦਿੰਦੀਆਂ ਇਨਸਾਨ ਤਾਂ ਕਿਤਾਬਾਂ ਬਣਾਉਂਦੀਆਂ ਬਿਲਕੁਲ ਜੀ ਬਿਲਕੁਲ ਕੀ ਕਹੋਗੇ ਕਿਉਂਕਿ ਜਿਹੜੇ ਸਿਰ ਬਰਨ ਜੀ ਨਾ ਕਿਤਾਬਾਂ 'ਚ ਝੁਕੇ ਹੁੰਦੇ ਨੇ ਅਸਲ 'ਚ ਉਹੀ ਉੱਪਰ ਉੱਠੇ ਹੁੰਦੇ ਨੇ ਪਰ ਜਿਹੜਾ ਜੇ ਅੱਜ ਤੁਸੀਂ ਬਿਲਕੁਲ ਸਹੀ ਕਿਹਾ ਜੇ ਮਸ਼ੀਨੀਕਰਨ ਨੇ ਨਾ ਮਤਲਬ ਮਾਨਵਤਾ ਨੂੰ ਮਤਲਬ ਇਸ ਤਰ੍ਹਾਂ ਦੀ ਇੱਕ ਲੀਹ ਦੇਤੀ ਹੈ ਕਿਉਂਕਿ ਬੰਦਗੀ ਤੋਂ ਬੰਦਾ ਬਣਿਆ ਸੀ ਹੁਣ ਗੰਦਗੀ ਤੋਂ ਗੰਦਾ ਬਣਦਾ ਜਾ ਰਿਹਾ ਹੈ ਇਨਸਾਨ ਹੈ ਨਾ ਜਿਹੜਾ ਕਿਉਂਕਿ ਸਭ ਤੋਂ ਵੱਧ ਬੁੱਧੀ ਮਾਲਕ ਨੇ ਪ੍ਰਮਾਤਮਾ ਨੇ ਬੰਦੇ ਨੂੰ ਦਿੱਤੀ ਹੈ ਤੇ ਸਭ ਤੋਂ ਵੱਧ ਬੁੱਧੀ ਭ੍ਰਿਸ਼ਟ ਵੀ ਬੰਦਾ ਹੀ ਕਰੀ ਬੈਠਾ ਜੇ ਆਪਾਂ ਮਤਲਬ ਆਲਾ ਦੁਆਲਾ ਦੇਖੀਏ ਨਾ ਸਾਡਾ ਤੇ ਕਈ ਵਾਰ ਇਸ ਤਰ੍ਹਾਂ ਦਾ ਵੀ ਆ ਜਾਂਦਾ ਹੈਗਾ ਕਿ ਸਾਨੂੰ ਮੈਨੂੰ ਇਹ ਲੱਗਦਾ ਵੀ ਕਿਤੇ ਮੁਹਾਵਰੇ ਨਾ ਬਣ ਜਾਣ ਯਾਰ ਪਹਿਲਾਂ ਤਾਂ ਕਹਿੰਦੇ ਬੰਦੇ ਤੋਂ ਸਿੱਖੋ ਤੇ ਕਿਤੇ ਜਾਨਵਰਾਂ ਤੋਂ ਸਿੱਖ ਲਓ ਮਤਲਬ ਇਸ ਤਰ੍ਹਾਂ ਦੀ ਜਿਹੜੀ ਹੈਗੀ ਨਾ ਚੀਜ਼ ਇਸ ਤਰ੍ਹਾਂ ਦੀ ਵੀ ਆਈ ਪਈ ਹੈ ਸਮਾਜ ਦੇ ਵਿੱਚ ਕਈ ਵਾਰੀ ਮਤਲਬ ਬੰਦਾ ਨਾ ਇਹ ਲੱਗਦਾ ਜਿਵੇਂ ਸਟੇਸ਼ਨ ਤੇ ਜਿਹੜੀ ਲਾਲ ਬਾਲਟੀ ਪਈ ਹੁੰਦੀ ਨਾ ਉਹੇ ਜਿਹਾ ਲੱਗਦਾ ਕਿਉਂਕਿ ਜਿਹਦੇ ਉੱਤੇ ਤਾਂ ਅੱਗ ਲਿਖਿਆ ਹੁੰਦਾ ਪਰ ਅੰਦਰ ਰੇਤਾ ਭਰਿਆ ਹੁੰਦਾ ਮਤਲਬ ਇਹ ਹੈਗੀ ਅਸੀਂ ਦੂਜੇ ਦੀਆਂ ਜਿਹੜੀਆਂ ਗਲਤੀਆਂ ਨਾ ਉਹਦੇ ਲਈ ਤਾਂ ਅਸੀਂ ਸਿਰੇ ਦੇ ਜੱਜ ਹੁੰਨੇ ਆ ਤੇ ਆਪਣੀ ਗਲਤੀ ਲਈ ਸਿਰੇ ਦੇ ਵਕੀਲ ਬਣ ਜਾਂਦੇ ਆ ਤਾਂ ਇਹ ਜਿਹੜਾ ਹੈਗਾ ਨਾ ਇਹ ਚੀਜ਼ ਨੂੰ ਹੀ ਜਿਹੜੀਆਂ ਨੇ ਕਿਤਾਬਾਂ ਇਸ ਚੀਜ਼ ਨੂੰ ਹੀ ਜਿਹੜੀ ਸਾਡੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਦਾ ਪ੍ਰਭਾਵ ਜਿਹੜੀ ਮਨੁੱਖਤਾ ਦੇ ਉੱਪਰ ਇਸ ਤਰ੍ਹਾਂ ਦਾ ਪੋਜ਼ਿਟਿਵ ਪੈਣਾ ਚਾਹੀਦਾ ਕਿਉਂਕਿ ਜ਼ਰੂਰੀ ਹੈ ਜੇ ਅਸੀਂ ਮਤਲਬ ਸਾਡਾ ਇਸ ਤਰ੍ਹਾਂ ਦਾ ਇਧਰ ਵੱਲ ਨੂੰ ਸਾਡਾ ਮਤਲਬ ਹੋਏਗਾ ਨਾ ਤੇ ਫਿਰ ਉਹ ਜਿਹੜੀ ਮਾਨਵਤਾ ਦੀ ਅਸੀਂ ਗੱਲ ਕਰਦੇ ਆ ਉਹ ਮਾਨਵਤਾ ਫਿਰ ਸਾਡੇ ਦੇ ਵਿੱਚੋਂ ਝਲਕੂਗੀ ਕਿਉਂਕਿ ਜਿਹੜੇ ਅੱਖਰ ਨੇ ਨਾ ਕਿ ਫੁੱਟ ਦੀਆਂ ਇਹ ਕਰੂੰਬਲਾਂ ਜਦ ਪੜਨਗੀਆਂ ਅੱਖਰਾਂ ਨੂੰ ਤੋੜ ਦੇਣਗੀਆਂ ਵਹਿਮ ਭਰਮ ਦੇ ਸਾਰੇ ਚੱਕਰਾਂ ਨੂੰ ਅੱਜ ਪੜ੍ਹਦੇ ਨੇ ਨਾਵਲ ਕਵਿਤਾ ਜਾਂ ਕਹਾਣੀ ਜੀ ਕੱਲ ਨੂੰ ਇਹ ਵੀ ਬਣ ਜਾਣਗੇ ਹਸਤੀ ਜਾਣੀ ਪਹਿਚਾਣੀ ਜੀ ਕੱਲ ਨੂੰ ਇਹ ਵੀ ਬਣ ਜਾਣਗੇ ਹਸਤੀ ਜਾਣੀ ਪਹਿਚਾਣੀ ਜੀ ਕੀ ਬਾਤ ਹੈ ਲੇਖਣ ਕਲਾ ਪਹਿਲਾਂ ਨਾਲੋਂ ਘਟੀਆ ਕਿ ਵਧੀਆ ਕਿਉਂਕਿ ਤੁਸੀਂ ਅਧਿਆਪਕ ਹੋ ਲਿਖਦੇ ਵੀ ਹੋ ਵਿਚਰਦੇ ਆ ਇਦਾਂ ਦੇ ਲੋਕਾਂ ਦੇ ਵਿੱਚ ਤੁਸੀਂ ਕਿ ਰਾਈਟਰ ਜਿਹੜੇ ਨੇ ਵੱਧ ਰਹੇ ਨੇ ਦਿਨੋ ਦਿਨ ਕਿ ਘਟ ਰਹੇ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਮੈਨੂੰ ਰਾਈਟਰ ਬਹੁਤ ਮਿਲ ਗਏ ਗੱਲ ਇਹ ਹੈ ਬਰਨਜੀਤ ਠੀਕ ਕਿਹਾ ਤੁਸੀਂ ਇਹ ਕਲਮ ਮਤਲਬ ਉਹ ਸੱਚੀ ਸਰਕਾਰ ਤੋਂ ਸ਼ੁਰੂ ਹੋਈ ਹੈ ਕਲਮ ਕਦੇ ਘਟਣ ਵਾਲੀ ਤਾਂ ਖੈਰ ਨਹੀਂ ਪਰ ਇਹਦੇ 'ਚ ਇੱਕ ਚੀਜ਼ ਇਹ ਹੈ ਕਿ ਜਿਹੜੀ ਲੇਖਣੀ ਹੈ ਉਹ ਲਗਾਤਾਰ ਚੱਲ ਰਹੀ ਹੈ ਤੁਸੀਂ ਸੋਸ਼ਲ ਮੀਡੀਆ ਦਾ ਵੀ ਜ਼ਿਕਰ ਕੀਤਾ ਇਹਦੇ ਵਿੱਚ ਵੀ ਕੋਈ ਦੋ ਰਮਾ ਨਹੀਂ ਕਈ ਵਾਰ ਨਾ ਅਸੀਂ ਸੋਸ਼ਲ ਮੀਡੀਆ ਇੱਕ ਰਾਹ ਹੈ ਇੱਕ ਰਸਤਾ ਹੈ ਕਈ ਵਾਰੀ ਅਸੀਂ ਉਹਨੂੰ ਮੰਜ਼ਿਲ ਸਮਝ ਲੈਂਦੇ ਹਾਂ ਤਾਂ ਉਹਦੇ ਉੱਪਰ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ੍ਹ ਲਿਖਿਆ ਜਾ ਰਿਹਾ ਉਹਦੀ ਤਰਾਸਦੀ ਇਹ ਹੈ ਕਿ ਕਈ ਵਾਰ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਢਕੀਆਂ ਜਾਂਦੀਆਂ ਨੇ ਜੀ ਤੁਸੀਂ ਗਰੁੱਪ ਦੀ ਕਿਸੇ ਦੀ ਗੱਲ ਕਰ ਲਓ ਮੈਨੂੰ ਨਹੀਂ ਲੱਗਦਾ ਕਿ ਅੱਜ ਕੋਈ ਗਰੁੱਪ ਖੋਲ ਕੇ ਵੇਖਦਾ WhatsApp ਗਰੁੱਪ ਕਿੰਨੇ ਹੁੰਦੇ ਨੇ ਉਹ ਜਿਹੜਾ ਤਾਂ ਆਪਣਾ ਕੋਈ ਆਫੀਸ਼ੀਅਲ ਗਰੁੱਪ ਆ ਉਹ ਤਾਂ ਆਪਾਂ ਮਤਲਬ ਕਰ ਲੈਂਦੇ ਨਹੀਂ ਅਦਰਵਾਈਜ਼ ਗਰੁੱਪਾਂ ਦੇ ਵਿੱਚ ਤੇ ਮੰਨ ਲਓ 100 ਬੰਦਾ ਹੈਗਾ ਤੇ ਤੜਕੇ ਨੂੰ 100 ਤੁਹਾਡੇ ਉਹ ਚ ਗੁੱਡ ਮਾਰਨਿੰਗ ਆ ਪਤਾ ਨਹੀਂ ਕੀ ਕੁਛ ਉਹ ਜੇ ਕੋਈ ਉਹਦੇ ਵਿੱਚੋਂ ਇੱਕ ਬੰਦਾ ਕੋਈ ਮੰਨ ਲਓ ਕੋਈ ਚੀਜ਼ ਵਧੀਆ ਪਾਈ ਵੀ ਕਿਸੇ ਨੇ ਤਾਂ ਉਹ ਚੀਜ਼ ਉਹ ਟਕੀ ਗਈ ਹੈ ਨਾ ਤਾਂ ਇੱਕ ਫਿਰ ਜਿਹੜਾ ਦੌਰ ਹੈ ਜਿਹੜਾ ਉਹ ਜਿਵੇਂ ਨਾ ਮਤਲਬ ਕਹਿੰਦੇ ਨਾ ਵੀ ਵਿਊ ਤਾਂ ਮਸ਼ੀਨਾਂ ਦੇ ਹੁੰਦੇ ਆ ਤੇ ਰਹਿ ਬੰਦਿਆਂ ਦੀ
ਅੱਜ ਜਿਹੜਾ ਇਹ ਸਿਸਟਮ ਹੈ ਨਾ, ਮਤਲਬ ਵਿਊ, ਕਮੈਂਟ, ਲਾਈਕ, ਸ਼ੇਅਰ, ਇਹਨਾਂ ਚੀਜ਼ਾਂ ਹੇਠ ਮਤਲਬ ਨਾ ਦਬ ਕੇ ਰਹਿ ਗਿਆ ਹੈ ਨਾ। ਵੀ ਅਸੀਂ ਥੋੜਾ ਜਿਹਾ ਮਤਲਬ ਸੋਸ਼ਲ ਮੀਡੀਆ ਦੀ ਜਕੜ ਦੇ ਵਿੱਚ ਇਸ ਤਰ੍ਹਾਂ ਆ ਗਏ ਆ ਕਿ ਜਿਹੜੀ ਸਾਰਥਕ ਲੇਖਣੀ ਹੈ ਉਹਨੂੰ ਉਹ ਚੀਜ਼ ਢਾਲ ਆਉਂਦੀ ਹੈ। ਨੋ ਡਾਊਟ ਕਿ ਉਹ ਇੱਕ ਬਹੁਤ ਵਧੀਆ ਪਲੇਟਫਾਰਮ ਹੈ, ਮੈਂ ਵੀ ਯੂਜ਼ ਕਰਦਾ, ਇਹ ਜੀ ਗੱਲ ਨਹੀਂ, ਪਰ ਉਹਨੂੰ ਇੱਕ ਸਾਰਥਕਤਾ ਦੇ ਲਈ ਆਪਾਂ ਯੂਜ਼ ਕਰੀਏ ਕਿ ਮਤਲਬ ਇਹ ਨਾ ਹੋਵੇ ਕਿ ਸਿਰਫ ਤੇ ਸਿਰਫ ਆਪਾਂ ਵਿਊਜ਼ ਦੇ ਚੱਕਰਾਂ ਦੇ ਵਿੱਚ ਤੁਰੇ ਫਿਰਦੇ ਆ, ਜਾਂ ਮਤਲਬ ਵੀ ਉਹਨੂੰ ਆਪਾਂ ਇਸ ਤਰ੍ਹਾਂ, ਜਿਵੇਂ ਮੇਰੀ ਇੱਕ ਨਾ ਕਵਿਤਾ ਸੀ ਕਿ ਬੱਚਿਆਂ ਦਾ ਟੈਸਟ ਲੈਣ ਲਈ ਮੈਂ ਲਗਾਈ ਕਲਾਸ ਸੀ, ਕੌਣ ਹੁੰਦਾ ਫੇਲ, ਕੌਣ ਹੁੰਦਾ ਹੈ ਪਾਸ ਜੀ, ਕਾਸ਼ ਮੈਂ ਹੁੰਦਾ ਖਾਲੀ ਥਾਂ ਭਰ ਦਿਓ, ਲੇਖ ਦੇ ਰੂਪ ਚ ਵਿਚਾਰ ਪੇਸ਼ ਕਰ ਦਿਓ। ਬੱਚਿਆਂ ਨੇ ਲਿਖਣਾ ਸੀ ਸ਼ੁਰੂ ਕਰਤਾ, ਇੱਕ ਇੱਕ ਪੇਜ ਸਾਰਿਆਂ ਨੇ ਭਰਤਾ। ਕੋਈ ਕਹਿੰਦਾ ਕਾਸ਼ ਮੈਂ ਹੁੰਦਾ ਮੁੱਖ ਮੰਤਰੀ, ਕੋਈ ਕਹਿੰਦਾ ਕਾਸ਼ ਮੈਂ ਹੁੰਦਾ ਗਵੰਤਰੀ, ਕਿਸੇ ਨੇ ਲਿਖਿਆ ਮੈਂ ਖੋਜੀ ਹੋਣਾ ਸੀ, ਇੱਕ ਕਹਿੰਦਾ ਕਾਸ਼ ਮੈਂ ਫੌਜੀ ਹੋਣਾ ਸੀ। ਇੱਕ ਬੱਚੇ ਦੇ ਸ਼ਬਦ ਤਾਂ ਉਹ ਕਹਿ ਰਟਾ ਗਏ, ਪੜ੍ਹ ਕੇ ਨੈਣਾ ਵਿੱਚ ਹੰਝੂ ਆ ਗਏ। ਬੱਚਾ ਕਹਿੰਦਾ ਕਾਸ਼ ਮੈਂ ਮੋਬਾਈਲ ਹੋਣਾ ਸੀ, ਬੱਚਾ ਕਹਿੰਦਾ ਕਾਸ਼ ਮੈਂ ਮੋਬਾਈਲ ਹੋਣਾ ਸੀ, ਫਿਰ ਸਾਰਿਆਂ ਨੇ ਮੇਰੇ ਓਏ ਕੈਲ ਹੋਣਾ ਸੀ, ਹੁਣ ਤਾਂ ਮੇਰੀਆਂ ਚੀਕਾਂ ਓਏ ਪਤਾ ਵੀ ਨਹੀਂ ਲੱਗਦੀਆਂ, ਫਿਰ ਭੱਜ ਕੇ ਚੁੱਕਦੇ ਜਦੋਂ ਘੰਟੀਆਂ ਵੱਜਦੀਆਂ। ਹੁਣ ਡੈਡੀ ਮੈਨੂੰ ਇਹ ਮੋਢਿਆਂ ਤੇ ਨਹੀਂ ਚੱਕਦੇ, ਮੋਬਾਈਲ ਜੇ ਹੁੰਦਾ ਫਿਰ ਹਿੱਕ ਨਾਲ ਲਾਈ ਰੱਖਦੇ, ਮੰਮੀ ਵੀ ਰਸੋਈ ਵਿੱਚੋਂ ਆਉਂਦੀ ਫੇਰ ਭੱਜਦੀ, ਮੇਰੇ WhatsApp ਵਾਲੀ ਜਦੋਂ ਘੰਟੀ ਵੱਜਦੀ, ਫੇਸਬੁੱਕ ਵਾਲਾ ਮੈਸੇਜ ਨਾ ਰਹਿ ਜੇ ਕੋਈ ਪੜ੍ਹਨਾ, ਆਟਾ ਗੁੰਦੀ ਨੇ ਕੋਲ ਸੀ ਮੈਨੂੰ ਧਰਨਾ, ਮਾਂ ਦੀ ਗੋਦੀ 'ਚ ਖੇਡਣੇ ਦਾ ਚਾਅ ਹੋਏ, ਸੱਚੀ ਮੋਬਾਈਲ ਸਾਡਾ ਸਾਰਾ ਗਿਆ ਖਾ ਹੋਏ। ਬਿਲਕੁਲ ਇਹ ਕਿਹੋ ਜੇ ਕਲਚਰ ਵਿੱਚ ਅਸੀਂ ਖੋ ਗਏ ਆ, ਸੈਲਫੀਆਂ ਕਰਦੇ ਕਰਦੇ ਸੱਚੀ ਸੈਲਫਿਸ਼ ਜੇ ਹੋ ਗਏ ਆ। ਅਮੀਰੀ ਵਾਲੀ ਇਹ ਇੱਕ ਕੈਸੀ ਹੈ ਮਾਇਆ ਹੋਏ, ਅਸੀਂ ਕਬੂਤਰ ਕੁੱਤੇ ਪਾਲਦੇ ਤੇ ਬੱਚੇ ਪਾਲਦੀ ਹੈ ਆਇਆ ਹੋਏ। ਨੈਟ ਉੱਤੇ ਮਿਲ ਜਾਂਦਾ ਕਹਿੰਦੇ ਜੋ ਵੀ ਡੂੰਘਾ ਦੱਬਿਆ ਜੀ, ਨੈਟ ਉੱਤੇ ਮਿਲ ਜਾਂਦਾ ਕਹਿੰਦੇ ਜੋ ਵੀ ਡੂੰਘਾ ਦੱਬਿਆ ਜੀ, ਬੜੀ ਸਰਚ ਮਾਰੀ ਚਹਿਲ ਨੇ ਪਰ ਗੂਗਲ ਤੇ ਮੋਹ ਪਿਆਰ ਨਾਲ ਲੱਭਿਆ ਜੀ, ਗੂਗਲ ਤੇ ਮੋਹ ਪਿਆਰ ਨਾਲ ਲੱਭਿਆ ਜੀ। ਇਹ ਨਾ ਗੱਲਾਂ ਦੇ ਵਿੱਚ ਏਡੀ ਡੂੰਗੀ ਗੱਲ ਕਰ ਦਿੱਤੀ ਹੈ ਕਿ ਬੱਚਾ ਕਹਿੰਦਾ ਹੈ ਕਿ ਮੇਰੇ ਮਾਂ-ਬਾਪ ਦੇ ਕੋਲ ਮੇਰੇ ਲਈ ਸਮਾਂ ਹੈ ਨਹੀਂ। ਇੱਕ ਕਵਿਤਾ 'ਚ ਤੁਸੀਂ ਇਸ ਚੀਜ਼ ਨੂੰ ਐਡੀ ਡੂੰਗੀ ਚੀਜ਼ ਨੂੰ ਬੰਨ੍ਹ ਦਿੱਤਾ। ਸ਼ਾਇਦ ਇਹੀ ਲੇਖਣੀ ਦੀ ਤਾਕਤ ਹੈ ਕਿ ਅੱਜ ਦੀ ਮਨੁੱਖਤਾ ਨੂੰ, ਅੱਜ ਦੇ ਸਮਾਜ ਨੂੰ ਲੇਖਣੀ ਦੇ ਵਿੱਚ ਅੱਜ ਦੇ ਤਰੀਕੇ ਨਾਲ ਪਰੋ ਕੇ ਵੀ ਪੇਸ਼ ਕੀਤਾ ਜਾ ਸਕਦਾ। ਜ਼ਰੂਰੀ ਨਹੀਂ ਹੈ ਕਿ ਆਪਾਂ ਬਹੁਤ ਡੂੰਘੇ ਭਾਰੇ ਅੱਖਰ ਲਿਖਣੇ ਆ, ਸਰਲ ਸ਼ਬਦਾਂ ਦੇ ਵਿੱਚ ਵੀ ਲੇਖਣੀ ਲਿਖ ਕੇ ਅਸੀਂ ਲੋਕਾਂ ਤੱਕ ਪਹੁੰਚਾ ਸਕਦੇ ਆ। ਜਦੋਂ ਸਕੂਲਾਂ ਦੇ ਵਿੱਚ ਲੇਖਣੀ ਮੁਕਾਬਲੇ ਹੁੰਦੇ ਆ ਜਾਂ ਅਧਿਆਪਕ ਬੱਚਿਆਂ ਨੂੰ ਲਿਖਣ ਦੇ ਲਈ ਕਹਿੰਦੇ ਆ, ਕਵਿਤਾਵਾਂ ਸੁਣਾਉਣ ਦੇ ਲਈ ਕਹਿੰਦੇ ਆ, ਬਹੁਤ ਸਾਰੇ ਲੋਕ ਕਹਿ ਦਿੰਦੇ ਆ ਲਿਖਣ ਲੁਖਣ 'ਚ ਕੀ ਰੱਖਿਆ ਆ, ਕੀ ਬਣ ਜਾਊ ਜੀ, ਹੈ ਨਾ, ਕਿ ਕਿੰਨਾ ਕੀ ਫਿਊਚਰ ਹੈ ਇੱਕ ਲੇਖਕ ਦਾ। ਇਸ ਦੇ ਉੱਤੇ ਤੁਸੀਂ ਕੀ ਕਹੋਗੇ? ਬੜਾ ਸੋਹਣਾ ਸਵਾਲ ਪੁੱਛਿਆ ਜੀ। ਕਈ ਵਾਰੀ ਕੋਈ ਪੁੱਛ ਲੈਂਦਾ ਵੀ ਹਾਂ ਬਈ ਕੀ ਕੰਮ ਕਰਨਾ, ਅਗਲਾ ਕਹਿੰਦਾ ਜੀ ਮੈਂ ਤਾਂ ਲੇਖਕ ਹਾਂ, ਕਹਿੰਦਾ ਉਹ ਤਾਂ ਠੀਕ ਹੈ, ਕੰਮ ਕੀ ਕਰਦਾ ਤਾਂ ਉਹ ਗੱਲ ਇਹ ਹੈਗੀ ਆ ਕਿ ਅਸਲ ਦੇ ਵਿੱਚ ਨਾ ਜਿਹਦੇ ਕੋਲ ਸ਼ਬਦਾਂ ਦਾ ਖਜ਼ਾਨਾ ਹੁੰਦਾ ਉਹ ਸਭ ਤੋਂ ਅਮੀਰ ਹੁੰਦਾ ਹੈ। ਕਿਉਂਕਿ ਸ਼ਬਦ ਅੱਜ ਤੁਸੀਂ ਸ਼ਬਦਾਂ ਕਰਕੇ ਇੱਥੇ ਬੈਠੇ ਹੋ, ਅੱਜ ਮੈਂ ਵੀ ਸ਼ਬਦਾਂ ਕਰਕੇ ਇੱਥੇ ਬੈਠਾ, ਠੀਕ ਹੈ ਨਾ ਜੀ। ਨਹੀਂ ਕੌਣ ਪੁੱਛਦਾ ਜੀ, ਸ਼ਬਦਾਂ ਤੋਂ ਬਿਨਾਂ ਜੇ ਤੁਹਾਡੇ ਕੋਲੇ ਸ਼ਬਦ ਨੇ, ਜੇ ਤੁਸੀਂ ਉਹਨੂੰ ਮਤਲਬ ਤੁਹਾਡੀ ਉਹਨਾਂ ਨੂੰ ਉੱਪਰ ਨੀਚੇ ਦੀ ਲੈ ਆਉਂਦੀ ਹੈ ਕਿ ਕਿਵੇਂ ਬੋਲਣਾ ਹੈ। ਸਭ ਤੋਂ ਜ਼ਰੂਰੀ ਇਹ ਹੁੰਦਾ ਕਿ ਮਤਲਬ ਕੀ ਬੋਲਣਾ ਹੈ, ਕਿਵੇਂ ਬੋਲਣਾ ਹੈ, ਕਦੋਂ ਬੋਲਣਾ ਹੈ। ਇਹ ਤਿੰਨ ਚੀਜ਼ਾਂ ਦੀ ਬੜੀ ਅਹਿਮੀਅਤ ਹੈ। ਕਹਿੰਦੇ ਨਾ ਵੀ ਮਤਲਬ ਦਵਾਈਆਂ ਦੇ ਵਿੱਚ ਤਾਂ ਦੋਨੇ ਚੀਜ਼ਾਂ ਹੀ ਪੈਂਦੀਆਂ ਨਾ, ਸ਼ਹਿਦ ਵੀ ਤੇ ਜ਼ਹਿਰ ਵੀ। ਕਦੋਂ ਪਾਉਣਾ ਤੇ ਕਿੰਨਾ ਪਾਉਣਾ, ਇਹਦੇ ਨਾਲ ਹੀ ਦਵਾਈ ਬਣਨੀ ਹੈ ਨਾ। ਤਾਂ ਇਹ ਜਿਹੜੀ ਲੇਖਣੀ ਹੈ ਨਾ, ਜੇ ਇਹ ਬੱਚਿਆਂ ਦੇ ਵਿੱਚ ਆਉਂਦੀ ਹੈ, ਤੁਸੀਂ ਮੁਕਾਬਲਿਆਂ ਦੀ ਗੱਲ ਕੀਤੀ ਹੈ ਬਿਲਕੁਲ, ਕਿਉਂਕਿ ਕਿਸੇ ਵੀ ਮਤਲਬ ਆਪਾਂ ਨੂੰ ਮੰਜ਼ਿਲ ਤੇ ਜਾਣ ਲਈ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਤਾਂ ਧਰਨਾ ਹੀ ਪਊਗਾ। ਤਾਂ ਬੱਚਿਆਂ ਨੂੰ ਜਦੋਂ ਅਸੀਂ ਵੀ ਬੱਚਿਆਂ ਦੇ ਜਿਹੜੇ ਮੁਕਾਬਲੇ ਹੁੰਦੇ ਆ, ਲੇਖਣੀ ਮੁਕਾਬਲੇ ਹੁੰਦੇ ਆ, ਮੇਰੇ ਬੜੇ ਜਿਹੜੇ ਵਿਦਿਆਰਥੀ ਆ, ਮੈਂ ਮਤਲਬ ਕੋਸ਼ਿਸ਼ ਕਰਦਾ ਹੁੰਦਾ ਕਿ ਇਹ ਚੇਟਕ ਲੱਗੇ ਲਿਖਣ ਦੀ। ਉਹਦੇ ਨਾਲ ਨਾ ਮਤਲਬ ਬੰਦੇ ਦੇ ਜਿਹੜੇ ਅੰਦਰਲਾ ਜਿਹੜਾ ਐ ਕਹਿ ਲਓ ਗੁੱਬ ਗੁਬਾਹਟ ਆ ਜਿਹੜਾ, ਹਨਾ, ਉਹਨੂੰ ਕਈ ਵਾਰ ਉਹ ਮਤਲਬ ਨਾ ਵਧੀਆ ਦਿਸ਼ਾ ਦੇ ਲੈਂਦਾ। ਕਈ ਵਾਰ ਬੰਦੇ ਦੇ ਅੰਦਰ ਕੁਛ ਨਾ ਕੁਛ ਜੇਨ ਦੇ ਵਿੱਚ ਚੱਲਦਾ ਰਹਿੰਦਾ, ਉਹਨੂੰ ਮਤਲਬ ਜੇ ਉਹੀ ਚੀਜ਼ ਉਹ ਲੇਖਣੀ ਤੇ ਵਰਤ ਲਵੇ ਤਾਂ ਉਹਦਾ ਉਹ ਵੀ ਮਤਲਬ ਜਿਹੜਾ ਗੁੱਬ ਗੁਬਾਹਟ ਅੰਦਰਲਾ ਉਹ ਵੀ ਨਿਕਲ ਜਾਂਦਾ, ਤੇ ਕਈ ਵਾਰੀ ਉਹਦੇ ਚੋਂ ਇੱਕ ਵਧੀਆ ਚੀਜ਼ ਵੀ ਨਿਕਲਦੀ ਆ। ਤੇ ਮੇਰੇ ਜਿਹੜੇ ਬੱਚੇ ਹੈਗੇ ਆ, ਵਿਦਿਆਰਥੀ ਮੇਰੇ ਆ, ਅਕਸਰ ਮੈਂ ਉਹਨਾਂ ਨੂੰ ਮਤਲਬ ਇਸ ਚੀਜ਼ ਵੱਲ ਪ੍ਰੇਰਿਤ ਕਰਦਾ। ਤੇ ਕਾਫੀ ਸਮਾਂ ਪਹਿਲਾਂ ਤੋਂ ਮੇਰੇ ਜਿਹੜੇ ਕਾਫੀ ਮੈਂ ਪੰਜਾਬੀ ਟ੍ਰਿਬਿਊਨ 'ਚ ਛਪਦਾ ਰਿਹਾ, ਤੇ ਮੈਨੂੰ ਇਹ ਮਾਣ ਰਹੂਗਾ ਕਿ ਮੇਰੇ ਵਿਦਿਆਰਥੀ ਵੀ ਪੰਜਾਬੀ ਟ੍ਰਿਬਿਊਨ 'ਚ ਛਪਦੇ। ਮੈਂ ਨਾ ਇੱਕ ਗੱਲ ਦੇਖੀ ਆ, ਚਾਹੇ ਉਹ ਫਿਲਮਾਂ ਹੋਣ ਜੀ, ਚਾਹੇ ਉਹ ਗਾਣੇ ਹੋਣ, ਚਾਹੇ ਉਹ ਡਾਇਲੌਗ ਹੋਣ, ਜੇ ਰਾਈਟਰ ਨਾ ਹੋਵੇ ਜੀ ਤਾਂ ਫਿਰ ਉਹਦਾ ਵਜੂਦ ਕੀ ਆ ਉਹਦਾ। ਅਸੀਂ 10ਵੀਂ ਪੜ੍ਹੇ, 12 ਪੜ੍ਹੇ, BA ਪੜ੍ਹੇ, MA ਪੜ੍ਹੇ, ਕਈਆਂ ਨੇ PhD ਕੀਤੀ ਜੀ। ਉਹ ਕਵਿਤਾਵਾਂ ਕਿਸੇ ਲੇਖਕ ਦੀਆਂ ਤਾਂ ਲਿਖੀਆਂ ਹੋਈਆਂ ਸੀ। ਬਿਲਕੁਲ, ਇਹ ਸਾਰੀ ਲੇਖਕ ਦੀ ਤਾਕਤ ਹੈ ਜਿਹੜੀ ਸ਼ਾਇਦ ਸਾਡਾ ਸਮਾਜ ਸਮਝਦਾ ਹੀ ਨਹੀਂ। ਪਤਾ ਕੀ ਹੈ ਜੀ, ਸਮੱਸਿਆ ਇਹ ਹੈ ਅੱਜ ਵੀ ਤੁਸੀਂ ਇਹ ਦੇਖੋ ਕਿ ਕੋਈ ਵੀ ਗੀਤ ਆਉਂਦਾ,
ਕੋਈ ਕਲਾਕਿਰਤ ਆਉਂਦੀ ਹੈ, ਕਈ ਵਾਰੀ ਇਹ ਹੁੰਦਾ ਕਿ ਜਿਹੜਾ ਉਹਨੂੰ ਗਾਉਣ ਵਾਲਾ ਹੈ ਉਹਦਾ ਨਾਮ ਤੇ ਬਹੁਤ ਚਲੋ ਹੋਣਾ ਵੀ ਚਾਹੀਦਾ, ਉਹਨੇ ਆਵਾਜ਼ ਦਿੱਤੀ ਹੈ, ਪਰ ਕਿਤੇ ਨਾ ਕਿਤੇ ਜਿਹੜਾ ਲੇਖਕ ਹੈ ਨਾ ਉਹ ਪਰਦੇ ਦੇ ਪਿੱਛੇ ਰਹਿ ਜਾਂਦਾ ਹੈ। ਇਹ ਮਤਲਬ ਇਹ ਕਹਿ ਲਓ, ਜੇ ਖੂਹ ਦਾ ਇੱਕ ਚੱਕ ਹੁੰਦਾ ਤੇ ਇੱਕ ਮੌਣ ਹੁੰਦਾ ਨਾ, ਖੂਹ ਦਾ ਮੌਣ ਤਾਂ ਸਾਰਿਆਂ ਨੂੰ ਦਿਸਦਾ ਪਰ ਖੂਹ ਦਾ ਚੱਕ ਸ਼ਾਇਦ ਕਿਸੇ ਪਾਰਖੂ ਨਜ਼ਰ ਨੂੰ ਦਿੰਦਾ ਜਿਹਦੇ ਤੇ ਉਹ ਖੜਾ ਹੈ ਨਾ। ਤਾਂ ਉਹ ਚੀਜ਼ ਹੈ, ਇਹ ਹੈਗੀ ਹੈ, ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਉਹ ਕਿਸੇ ਬੰਦੇ ਨੇ ਗੀਤ ਗਾਇਆ ਤਾਂ ਉਹ ਗੀਤ ਮਤਲਬ ਕਿਸੇ ਕਲਮ ਨੇ ਤਾਂ ਰਚਿਆ ਨਾ। ਜੇ ਜੜ ਦੀ ਮਤਲਬ ਜੇ ਜੜ ਹੀ ਸੁੱਕ ਗਈ ਤਾਂ ਫੁੱਲਾਂ ਦੀ ਕੀ ਅਹਿਮੀਅਤ ਹੈ ਫਿਰ? ਬਿਲਕੁਲ, ਟਾਹਣੀਆਂ ਦੀ ਕੀ ਅਹਿਮੀਅਤ ਰਹੇਗੀ? ਸਭ ਤੋਂ ਅਹਿਮੀਅਤ ਜ਼ਿਆਦਾ ਤਾਂ ਜੜ ਦੀ ਹੈ ਨਾ, ਜੜ ਕਲਮ ਤੋਂ ਮਤਲਬ ਜਾਂਦੀ ਹੈ, ਸ਼ੁਰੂ ਹੁੰਦੀ ਹੈ। ਤਾਂ ਇਸ ਕਰਕੇ ਇਹ ਚੀਜ਼, ਇਹ ਵਰਤਾਰਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਜਿਹਦੀ ਕੋਈ ਕਲਾਕਿਰਤ ਹੈ, ਭਾਵੇਂ ਉਹ ਕਿਸੇ ਉਹਦੇ ਉੱਪਰ ਜੇ ਕੋਈ ਕੰਮ ਹੁੰਦਾ ਹੈ, ਕੋਈ ਕਹਾਣੀ ਦੇ ਉੱਪਰ ਕੰਮ ਹੁੰਦਾ ਹੈ, ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਤੇ ਮਤਲਬ ਜਿਹੜੀਆਂ ਸ਼ਾਰਟ ਮੂਵੀਜ਼ ਬਣੀਆਂ ਨੇ, ਤਾਂ ਉਹ ਬੜਾ ਵਧੀਆ ਲੱਗਦਾ ਜਦੋਂ ਉਹ ਪਹਿਲਾਂ ਆਗਿਆ ਲੈਂਦੇ ਆ ਵੀ ਅਸੀਂ ਤੁਹਾਡੀ ਆਹ ਕਹਾਣੀ ਤੇ ਅਸੀਂ ਆਹ ਸ਼ਾਰਟ ਮੂਵੀ ਬਣਾਉਣੀ ਹੈ, ਉਸ ਤੋਂ ਬਾਅਦ ਬੁਲਾਉਂਦੇ ਵੀ ਨੇ, ਉਹ ਆਪਦੀ ਸ਼ੂਟਿੰਗ ਦੇ ਤੇ ਵੀ ਬੁਲਾਉਂਦੇ ਆ, ਉਦੋਂ ਜਦੋਂ ਮਤਲਬ ਉਹਨੂੰ ਕਰਦੇ ਆ, ਰਿਲੀਜ਼ ਕਰਦੇ ਆ, ਜੋ ਵੀ ਆ ਮਤਲਬ ਉਹ ਮਾਣ ਦਿੰਦੇ ਆ, ਸਤਿਕਾਰ ਦਿੰਦੇ ਆ। ਪਰ ਮੈਂ ਕਹਿਣਾ ਕਿ ਕਈ ਜਗ੍ਹਾ ਤੇ ਇਹ ਹੁੰਦਾ ਕਿ ਬੜੇ ਮਤਲਬ ਉੱਘੇ ਜਿਹੜੇ ਲਿਖਾਰੀ ਪਏ ਆ, ਤਾਂ ਉਹਨਾਂ ਦੀਆਂ ਜਦੋਂ ਕਲਾਕਿਰਤਾਂ ਨੇ ਉਹਦੇ ਤੇ ਕਮਰਸ਼ੀਅਲ ਤੌਰ ਤੇ ਬਹੁਤ ਕੁਝ ਖੱਟ ਜਾਂਦੇ ਆ ਲੋਕ, ਪਰ ਉਹ ਵਿਚਾਰੇ ਦਾ ਨਾਮ ਵੀ ਕਿਤੇ ਨਾਮ ਵੀ ਨਹੀਂ ਹੁੰਦਾ ਕਿ ਇਹ ਬੰਦੇ ਨੇ ਕਲਾ ਰਚੀ ਸੀ। ਇਹ ਚੀਜ਼ ਹੋਣੀ ਹੈ, ਉਦੋਂ ਹੀ ਅਹਿਮੀਅਤ ਦੇਣੀ ਬਣਦੀ ਹੈ ਜੀ। ਬਿਲਕੁਲ। ਤੇ ਸਾਡੇ ਕੋਲ ਹੁਣ ਸਮਾਂ ਹੈਗਾ ਆ 1.5 ਮਿੰਟ ਦਾ ਜੀ, ਤੇ ਜਾਂਦੇ ਜਾਂਦੇ ਸੁਨੇਹਾ ਤੁਹਾਡੇ ਦਿਲ ਦੀ ਕੋਈ ਗੱਲ ਲੇਖਣੀ ਨੂੰ ਲੈ ਕੇ ਜਿਹੜੀ ਬਾਕੀਆਂ ਨੂੰ ਉਤਸ਼ਾਹਿਤ ਤੇ ਪੋਜ਼ਿਟਿਵ ਵੀ ਕਰ ਦਵੇ ਜੀ, ਬਾਕੀ ਜੋ ਤੁਹਾਡੇ ਦਿਲ ਚ ਹੋਵੇ। ਖੈਰ ਮੇਰੀ ਇੰਨੀ ਔਕਾਤ ਤਾਂ ਨਹੀਂ ਹੈਗੀ ਕਿ ਮੈਂ ਕੋਈ ਮਤਲਬ ਇਸ ਤਰ੍ਹਾਂ ਦਾ ਸੁਨੇਹਾ ਜਾਂ ਕੋਈ ਉਹ ਕਰਾਂ, ਪਰ ਫਿਰ ਵੀ ਜਿੰਨੀ ਜਿਹੜੀ ਮੇਰੀ ਤੁੱਛ ਜੀ ਬੁੱਧੀ ਆ ਉਹਦੇ ਮੁਤਾਬਕ ਮੈਂ ਇਹ ਕਹਾਂਗਾ ਕਿ ਇੱਕ ਤਾਂ ਇਹ ਕਿ ਬਸ ਆਪਦੀ ਜਿਹੜੀ ਡਿਊਟੀ ਮਾਲਕ ਨੇ ਤੁਹਾਡੀ ਲਗਾਈ ਹੈ ਉਹਨੂੰ ਬੜੀ ਵਧੀਆ ਢੰਗ ਨਾਲ ਨਿਭਾਓ। ਇਹ ਸਭ ਤੋਂ ਵੱਡੀ ਗੱਲ ਹੈ, ਜੇ ਉਹਨੇ ਲੇਖਣੀ ਚ ਲਵਾ ਦਿੱਤੀ ਹੈ ਤਾਂ ਉੱਥੇ ਇਮਾਨਦਾਰੀ ਦੇ ਨਾਲ ਨਿਭਾਓ, ਹੈ ਨਾ। ਤੇ ਇੱਕ ਇਹ ਕਿ ਜੇ ਮਤਲਬ ਕਿਸੇ ਦੀ ਵੀ ਆਪਾਂ ਮਦਦ ਕਰਦੇ ਹਾਂ, ਭਾਵੇਂ ਉਹ ਲੇਖਣੀ ਤੌਰ ਤੇ ਕਰਦੇ ਹਾਂ, ਭਾਵੇਂ ਨਿਰਸਵਾਰਥ ਕਰੋ, ਉਹਦੇ ਲਈ ਤੁਹਾਡਾ ਕੋਈ ਸਵਾਰਥ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਮਤਲਬ ਕਿਸੇ ਦੀ ਮਦਦ ਕਰਦੇ ਹੋ, ਨਿਰਸਵਾਰਥ ਕਰਦੇ ਹੋ, ਤਾਂ ਮਾਲਕ ਤੁਹਾਡੇ ਬਾਰੇ ਆਪਣੇ ਆਪ ਹੀ ਸੋਚ ਰੱਖਿਆ ਹੁੰਦਾ ਉਹਨੇ ਕੁਛ ਨਾ ਕੁਛ। ਤੇ ਦੂਸਰੀ ਗੱਲ ਇਹ ਕਿ ਕਈ ਵਾਰੀ ਨਾ ਮਤਲਬ ਲੇਖਣੀ ਦੇ ਵਿੱਚ ਕੀ ਹੈ ਕਿ ਕਈ ਵਾਰੀ ਲੇਖਣੀ ਨੂੰ ਅਸੀਂ ਦੂਜੇ ਤੇ ਤੌਹਮਤਾਂ ਲਾਉਣ ਲਈ ਵਰਤ ਲੈਂਦੇ ਹਾਂ ਬਸ, ਜਿਵੇਂ ਕਿ ਅੱਜ ਕੱਲ ਚੱਲ ਰਿਹਾ ਕਾਫੀ ਕੁਛ, ਹੈ ਨਾ, ਵੀ ਮਤਲਬ ਅੱਜ ਦੇ ਗੀਤ ਸੁਣ ਕੇ ਕਈ ਵਾਰ ਇਹ ਨਹੀਂ ਲੱਗਦਾ ਵੀ ਇੱਕ ਦੂਜੇ ਨੂੰ ਗਾਲਾਂ ਨਹੀਂ ਕੱਢੀ ਜਾਂਦੇ ਨੇ, ਵੀ ਉਹਦੇ ਤੇ ਆਪਦਾ ਇੱਕ ਰੋਹ ਮਤਲਬ ਉਹ ਕਰੀ ਜਾਂਦੇ। ਮਤਲਬ ਸ਼ਬਦ ਜਿਹੜੇ ਹੁੰਦੇ ਨੇ ਨਾ ਉਹ ਤਾਂ ਇੱਕ ਮੱਲਬ ਦਾ ਕੰਮ ਕਰਦੇ ਨੇ। ਕਦੇ ਵੀ ਕਿਸੇ ਦੇ ਜ਼ਖਮ ਕਰੇਦਣ ਦੇ ਲਈ ਉਹਨਾਂ ਸ਼ਬਦਾਂ ਨੂੰ ਯੂਜ਼ ਨਾ ਕਰੋ। ਇਹ ਸ਼ਬਦਾਂ ਨੂੰ ਹਮੇਸ਼ਾ ਇੱਕ ਮੱਲਬ ਦਾ ਕੰਮ, ਹਾਂ ਇਹ ਠੀਕ ਹੈ, ਇਹ ਟਾਈਮ ਹੁੰਦਾਗਾ ਕਿ ਕਦੋਂ ਮਤਲਬ ਉਹਦੇ ਚੋਂ ਜ਼ਫਰਨਾਮੇ ਦੀ ਦਿੱਖ ਤੁਹਾਨੂੰ ਦਿਸਣੀ ਹੈ ਤੇ ਕਦੋਂ ਤੁਹਾਨੂੰ ਸ਼ਾਂਤੀ ਦੀ ਪੁੰਜ ਦੀ ਦਿੱਖ ਦਿਸਣੀ ਹੈ। ਤਾਂ ਇਹ ਇੱਕ ਸ਼ਬਦਾਂ ਦੀ ਅਹਿਮੀਅਤ ਹੈ। ਮੇਰੇ ਵੱਲੋਂ ਬਸ ਇਹੀ ਹੈ ਕਿ ਰੱਬ ਸਭ ਨੂੰ ਹੀ ਖੁਸ਼ ਰੱਖੇ, ਆਬਾਦ ਰੱਖੇ ਤੇ ਤੁਹਾਡੇ ਸੁਪਨਿਆਂ ਦੀਆਂ ਟਾਹਣੀਆਂ ਨੂੰ ਹਕੀਕਤ ਦੇ ਫੁੱਲ ਲੱਗਣ। ਹੱਸਦੇ ਰਹੋ, ਵਸਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਸਿੰਘ ਚਾਲ ਜੀ ਪ੍ਰੋਗਰਾਮ 'ਚ ਆਉਣ ਦੇ ਲਈ। ਗੱਲਾਂ ਤੇ ਗੀਤ ਦਾ ਸਮਾਂ ਇੱਥੇ ਹੀ ਖਤਮ ਹੋ ਰਿਹਾ ਜੀ। ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਦੇਖਦੇ ਰਹੋ ਡੀਡੀ ਪੰਜਾਬੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।